जिथे हादसा होया उत्थों अपवर्ड फ्लो जाता है। अगर उत्थे पोल्यूटिंग इंडस्ट्री का पानी मान लो आ भी रहा है, जे अज्यूम कर लीए, तो भी उत्थे तक पहुँच भी नहीं सकता। ये ग्राउंड रियलिटी की मैं गल कर रहा। ਅਸੀਂ ਰਿਕੁਐਸਟ ਕਰ ਕਰਕੇ ਕਾਰਪੋਰੇਸ਼ਨ ਨੂੰ ਥੱਕ ਜਾਂਦੇ ਆ ਜੀ। ਸਾਡੇ ਸੀਵਰੇਜ ਚੌਕ ਨੇ ਖਰਾਬ ਨੇ, ਬਿਮਾਰੀ ਫੈਲ ਰਹੀ ਹੈ, ਅਸੀਂ ਉਹ ਬਿਮਾਰ ਪਾਣੀ ਗੰਦੇ ਪਾਣੀ 'ਚ ਰਹਿ ਰਹੇ ਹਾਂ, ਲੇਕਿਨ ਕੋਈ ਸੁਣਵਾਈ ਨਹੀਂ ਹੁੰਦੀ। ਹਰ ਵੇਲੇ ਇੰਡਸਟਰੀ ਜ਼ਿੰਮੇਵਾਰ ਨਹੀਂ ਹੁੰਦੀ ਇਸ ਕੰਮ ਦੀ, ਵੀ ਇੰਡਸਟਰੀ ਹਰ ਵਾਰ ਜ਼ਿੰਮੇਵਾਰ ਹੈ। ਲੇਕਿਨ ਜਿਸ ਪ੍ਰਕਾਰ ਦੇ ਨਾਲ ਪਹਿਲੇ ਦਿਨ ਹੀ ਗੱਲ ਚੱਲੀ ਕਿ ਇੰਡਸਟਰੀ ਜ਼ਿੰਮੇਦਾਰ ਹੈ ਜੀ, ਇੰਡਸਟਰੀ ਕਿਵੇਂ ਜ਼ਿੰਮੇਦਾਰ ਹੈ ਇਹਦੇ ਲਈ? ਅੱਜ ਤੋਂ 4-5 ਸਾਲ ਪਹਿਲੇ ਇੱਕ ਇਨਸੀਡੈਂਟ ਹੋਇਆ ਸੀ ਜੀ ਕਿਦਵਾਈ ਨਗਰ 'ਚ, ਠੀਕ ਹੈ ਜੀ। ਬੜਾ ਹੂ ਐਂਡ ਕਰਾਈ ਰੇਜ਼ ਹੋਇਆ, ਅਸੀਂ ਇੱਦਾਂ ਕਰਾਂਗੇ ਜੀ, ਇੱਦਾਂ ਕਰਾਂਗੇ। ਮੈਨੂੰ ਨਹੀਂ ਲੱਗਦਾ 5% ਵੀ ਕੁਝ ਗਵਰਨਮੈਂਟ ਨੇ ਕੋਈ ਸਟੈਪ ਅਪ ਕੀਤਾ ਹੋਏਗਾ ਜਾਂ ਕੋਈ ਇਨੀਸ਼ੀਏਟਿਵ ਲਿੱਤਾ ਹੋਏਗਾ। 45,000 ਤੋਂ ਵੱਧ ਇੰਡਸਟਰੀਜ਼ ਰਜਿਸਟਰਡ ਨੇ ਆਪਣੇ ਡਿਸਟ੍ਰਿਕਟ ਇੰਡਸਟਰੀ ਸੈਂਟਰ ਦੇ ਵਿੱਚ। ਜੇ ਇੱਕ ਅੱਧੀ ਬਲੈਕ ਸ਼ੀਪ ਹੋਏਗੀ ਵੀ ਤੇ ਆਪਾਂ ਪੂਰੀ ਇੰਡਸਟਰੀ ਕਮਿਊਨਿਟੀ ਨੂੰ ਕਹਿ ਨਹੀਂ ਸਕਦੇ ਵੀ ਇਹ ਜ਼ਿੰਮੇਵਾਰ ਹੈ। ਬਿਨਾਂ ਸੋਚੇ ਸਮਝੇ ਆਪਾਂ ਕਹਦੇ ਇੰਡਸਟਰੀ ਗਲਤ ਹੈ ਜਾਂ ਕੋਈ ਡਿਪਾਰਟਮੈਂਟ ਗਲਤ ਹੈ, ਇਹ ਪੋਸੀਬਲ ਨਹੀਂ ਹੈ। ਇਹਨਾਂ ਨੂੰ ਹਰ ਚੀਜ਼ ਦਾ ਟੈਕਸ ਦੇ ਰਹੀ ਹੈ, ਲੇਕਿਨ ਫਿਰ ਵੀ ਸਾਨੂੰ ਉਹਦੀ ਕੋਈ ਫੈਸਿਲਿਟੀ ਨਹੀਂ ਮਿਲ ਰਹੀ। ਇਸ ਵਾਸਤੇ ਹਰ ਵਾਰੀ ਇੰਡਸਟਰੀ ਨੂੰ ਹੀ ਜ਼ਿੰਮੇਵਾਰ ਠਹਿਰਾਉਣਾ ਕੋਈ ਜ਼ਰੂਰੀ ਨਹੀਂ ਹੈ ਵੀ ਇੰਡਸਟਰੀ ਜ਼ਿੰਮੇਵਾਰ ਹੈ। ਕੱਲ ਨੂੰ ਖੁਦਾ ਨਾ ਖਾਸਤਾ ਇੰਡਸਟਰੀ ਵਿੱਚ ਅੱਗ ਲੱਗ ਜਾਂਦੀ ਹੈ, ਤੁਸੀਂ ਕਹੋਗੇ ਇਹ ਜ਼ਿੰਮੇਵਾਰ ਹੈ, ਇਹ ਜ਼ਿੰਮੇਵਾਰ ਹੈ। ਤੁਸੀਂ ਰੂਟ ਕਾਜ਼ ਤੇ ਕਿਉਂ ਨਹੀਂ ਜਾਂਦੇ? ਜਿੱਥੇ ਉੱਥੇ ਫਾਇਰ ਬ੍ਰਿਗੇਡ ਸਟੇਸ਼ਨ ਐਲੋਕੇਟ ਕੀਤਾ ਗਿਆ, ਉਹਦਾ ਬਜਟ ਐਲੋਕੇਟ ਕੀਤਾ ਗਿਆ, ਤੇ ਉੱਥੇ ਇੰਸਟਾਲ ਕਿਉਂ ਨਹੀਂ ਕੀਤਾ ਗਿਆ? ਦਿੱਕਤ ਕੀ ਹੈ ਜੀ, ਕੋਈ ਐਸਾ ਇਨਸੀਡੈਂਟ ਜਦੋਂ ਹੋ ਜਾਂਦਾ ਤੇ ਉਦੋਂ ਸਾਡੀਆਂ ਅੱਖਾਂ ਖੁੱਲਦੀਆਂ ਤੇ ਅਸੀਂ ਪਿੱਛਾ ਕੰਮ ਕੀਤਾ ਕੋਈ ਨਹੀਂ ਹੁੰਦਾ, ਤੇ ਸਾਨੂੰ ਬੜਾ ਆਸਾਨ ਹੈ ਜੀ ਇੰਡਸਟਰੀ ਨੂੰ ਸਕੇਪਗੋਟ ਬਣਾ ਦਿਓ। मैं अज इस वीडियो राही अपील करदा म्यूनसिपल कॉरपोरेशन के सीनियर अफसरान नूं कि साडी कॉरपोरेशन च आके सानूं दसन कि पिछले 1 साल दे विच क्लीनिंग कदों होई, कोई ऑन पेपर ही होई या ਉਹਦੀ किन्नी पेमेंट की गई और आने वाले 1 साल दे विच किदां होएगी। ਆਪਾਂ ਕਾਰਪੋਰੇਸ਼ਨ ਨੂੰ ਕਹਿ ਰਹੇ ਵੀ ਕਾਰਪੋਰੇਸ਼ਨ ਵਾਲੇ ਕਹਿੰਦੇ ਵੀ ਅਸੀਂ ਕਰਦੇ ਹਾਂ, ਇਹ ਕਰਦੇ ਹਾਂ, ਉਹ ਕਰਦੇ ਹਾਂ। ਕਾਰਪੋਰੇਸ਼ਨ ਵਾਲੇ ਨੂੰ ਮੈਂ ਆਰਟੀਆਈ ਦੇ ਵਿੱਚ ਪੁੱਛਿਆ ਵੀ ਜਿਹੜੀ ਉਹਨਾਂ ਦੀ ਐਫ&ਸੀਸੀ ਕਮੇਟੀ ਹੈ, ਜਿਹੜੀ ਇਹਨਾਂ ਦਾ ਬਜਟ ਐਲੋਕੇਟ ਕਰਦੀ ਹੈ ਹਰ ਸਾਲ 2000 ਕਰੋੜ ਦੇ ਕਰੀਬ ਬਜਟ ਹੁੰਦਾ ਲੁਧਿਆਣੇ ਦਾ, ਉਹਦੇ ਵਿੱਚ ਫੋਕਲ ਪੁਆਇੰਟ ਦਾ ਸ਼ੇਅਰ ਕਿੰਨਾ ਹੁੰਦਾ? ਉਹਨਾਂ ਕੋਲ ਕੋਈ ਜਵਾਬ ਹੀ ਨਹੀਂ ਆਉਂਦਾ। ਅੱਜ ਦਾ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਜੇਸ਼ ਮਹਿਰਾ। ਬੀਤੇ ਦਿਨੀ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦੇ ਵਿੱਚ ਜ਼ਹਿਰੀਲੀ ਗੈਸ ਦੇ ਰਿਸਾਵ ਨਾਲ 11 ਲੋਕਾਂ ਦੀ ਮੌਤ ਹੋ ਚੁੱਕੀ ਸੀ। ਉਸ ਹਾਦਸੇ ਨੂੰ ਲੈ ਕੇ ਗ੍ਰੀਨ ਟ੍ਰਿਬਿਊਨਲ ਨੇ ਮਾਮਲਾ ਆਪਣੇ ਧਿਆਨ 'ਚ ਲਿਆਂਦਾ ਤੇ ਅੱਜ ਉਹਦੀ ਸੁਣਵਾਈ ਵੀ ਹੈ। ਸਰਕਾਰ ਨੇ ਵੀ ਇਸ ਹਾਦਸੇ ਦਾ ਮੈਜਿਸਟ੍ਰੇਟ ਜਾਂਚ ਲਈ ਆਦੇਸ਼ ਦੇ ਦਿੱਤੇ ਨੇ। 5 ਮੈਂਬਰੀ ਇਨਵੈਸਟੀਗੇਸ਼ਨ ਟੀਮ ਵੀ ਬਣ ਚੁੱਕੀ ਹੈ। MP ਰਵਨੀਤ ਬਿੱਟੂ ਨੇ ਵੀ ਇਸ ਇੰਡਸਟਰੀ ਨੂੰ ਸਾਫ਼ 100% ਜ਼ਿੰਮੇਵਾਰ ਠਹਿਰਾਇਆ। ਪ੍ਰਸ਼ਾਸਨ ਨਾਲ ਮਿਲ ਕੇ ਇਹ ਧਾਂਦਲੀ ਕਰਦੇ ਨੇ, ਇਹਨਾਂ ਦੀਆਂ ਫੈਕਟਰੀਆਂ ਤੋੜ ਦਿੱਤੀਆਂ ਜਾਣ। ਇਹ 'ਤੇ ਵੀ ਗੱਲ ਕਰਾਂਗੇ ਕਿ ਵਾਕਈ ਇਸ ਹਾਦਸੇ ਦੇ ਪਿੱਛੇ ਇੰਡਸਟਰੀ ਜ਼ਿੰਮੇਦਾਰ ਆ, ਪੋਲੂਸ਼ਨ ਕੰਟਰੋਲ ਬੋਰਡ ਜ਼ਿੰਮੇਦਾਰ ਆ, ਨਗਰ ਨਿਗਮ ਜ਼ਿੰਮੇਦਾਰ ਆ, ਤੇ ਕੌਣ ਜ਼ਿੰਮੇਦਾਰ ਆ। ਗੱਲ ਕਰ ਲੈਣੇ, ਪਹਿਲਾਂ ਵੈਲਕਮ ਕਰ ਲੈਣੇ ਸਾਰਿਆਂ ਦਾ। ਸਾਡੇ ਐਸੋਸੀਏਸ਼ਨ ਦੇ ਸਾਰੇ ਐਗਜ਼ੈਕਟਿਵ ਮੈਂਬਰਸ। ਹਾਦਸੇ ਤੋਂ ਬਾਅਦ ਅੱਜ ਬਹੁਤ ਜ਼ਿਆਦਾ ਪੁਲਿਸ ਨੇ ਵੀ ਔਰ ਬਾਕੀ ਐਡਮਿਨਿਸਟ੍ਰੇਸ਼ਨ ਨੇ ਵੀ ਸੰਗਿਆਨ ਲਿਆ ਕਿ ਇੰਡਸਟਰੀ ਜ਼ਿੰਮੇਦਾਰ ਆ। ਕਿ ਵਾਕਈ ਤੁਸੀਂ ਇਸ ਹਾਦਸੇ ਪਿੱਛੇ ਇੰਡਸਟਰੀ ਜ਼ਿੰਮੇਦਾਰ ਮੰਨਦੇ ਹੋ ਜਾਂ ਨਹੀਂ? ਸਾਡੀ ਐਸੋਸੀਏਸ਼ਨ ਆਫ ਟ੍ਰੇਡ ਐਂਡ ਇੰਡਸਟਰੀਅਲ ਅੰਡਰਟੇਕਿੰਗਸ ਸਨ 88 ਦੀ ਐਸੋਸੀਏਸ਼ਨ ਹੈ। 450 ਰੈਗੂਲਰ ਮੈਂਬਰ ਹੈ। ਅੱਜ ਅਸੀਂ ਜੇ ਤੁਹਾਡੇ ਫੋਨ ਆਉਣ ਤੋਂ ਬਾਅਦ, ਪ੍ਰੈਸ ਦੇ ਬਾਕੀ ਨੁਮਾਇੰਦਿਆਂ ਦੇ ਫੋਨ ਆਉਣ ਤੋਂ ਬਾਅਦ, ਅਸੀਂ ਇੱਕ ਐਗਜ਼ੈਕਟਿਵ ਮੀਟਿੰਗ ਕਾਲ ਕੀਤੀ ਸ਼ਾਰਟ ਨੋਟਿਸ ਤੇ ਕੋਈ 25-30 ਬੰਦੇ ਅਸੀਂ ਬੁਲਾ ਕੇ ਇਸ ਇਨਸੀਡੈਂਟ ਨੂੰ ਹੀ ਡਿਸਕਸ ਕਰਨ ਦੇ ਲਈ ਮੀਟਿੰਗ ਰੱਖੀ ਹੈ। ਇਹ ਸੱਚਮੁੱਚ ਬਹੁਤ ਹੀ ਦੁਰਭਾਗਿਆਪੂਰਨ ਗੱਲ ਹੈ। ਬਹੁਤ ਹੀ ਸਾਨੂੰ ਦੁੱਖ ਹੋਇਆ ਇਸ ਤੋਂ। ਜਾਨ ਮਾਲ ਦਾ ਨੁਕਸਾਨ, 11 ਬੰਦਿਆਂ ਦੀ ਡੈਥ ਹੋਣਾ, 11 ਬੰਦਿਆਂ ਦੇ ਨਾਲ ਕਿੰਨੇ ਪਰਿਵਾਰ ਖਰਾਬ ਹੋ ਗਏ, ਕਿੰਨੇ ਪਰਿਵਾਰਾਂ ਦਾ ਨੁਕਸਾਨ ਹੋਇਆ। ਇਸ ਤੋਂ ਵੱਡਾ ਕੋਈ ਦੁੱਖ ਦਰਦ ਨਹੀਂ ਹੈ ਹੋ ਸਕਦਾ। ਔਰ ਮੈਂ ਉਸ ਸਾਈਟ 'ਤੇ ਪਿਛਲੇ 3 ਦਿਨ ਤੋਂ ਲੱਗਿਆ ਹੋਇਆ। ਕੱਲ੍ਹ ਵੀ ਰਾਤ ਅਸੀਂ ਲੇਟ ਨਾਈਟ ਤੱਕ ਬੈਠ ਕੇ ਸੈਂਪਲਿੰਗ ਟੈਸਟਿੰਗ ਔਰ ਸਾਰਾ ਸੈਂਪਲ ਕਲੈਕਸ਼ਨ ਵਗੈਰਾ ਦੇਖੀ ਹੈ। ਔਰ ਆਸ-ਪਾਸ ਦੇ ਜਿਹੜੇ ਲੋਕ ਖਰਾਬ ਹੋਇਆ, ਜਿਨ੍ਹਾਂ ਦੀ ਤਬੀਅਤ ਖਰਾਬ ਹੈ, ਬੇਹੋਸ਼ ਹੋ ਕੇ ਹਲੇ ਹਸਪੀਟਲਾਈਜ਼ ਹੈ, ਉਹਨਾਂ ਦੇ ਪਰਿਵਾਰ ਨਾਲ ਵੀ ਅਸੀਂ ਲੋਕ, ਸਾਡੀ ਪੂਰੀ ਐਸੋਸੀਏਸ਼ਨ ਜੁੜੀ ਹੋਈ ਹੈ। ਔਰ ਅਸੀਂ ਪੂਰੇ ਦਿਲੋਂ, ਪੂਰੇ ਆਪਣੇ ਤਨ ਨਾਲ ਉਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿੰਨੇ ਐਸੋਸੀਏਸ਼ਨ ਦੇ ਮੈਂਬਰ ਤੁਸੀਂ ਦੇਖ ਰਹੇ ਹੋ, ਇਹ ਸਾਰੇ ਮੌਕਾ ਵਾਰਦਾਤ ਜਾ ਕੇ ਆਏ ਨੇ, ਉੱਥੇ ਆਪਣੀ ਹੈਲਪ ਦੇ ਕੇ ਆਏ ਨੇ। ਔਰ ਅਸੀਂ ਬਿਫੋਰ ਆਈ ਸੇ ਸਮਥਿੰਗ ਅਬਾਊਟ ਦ ਇਨਸੀਡੈਂਟ, ਅਸੀਂ ਮੈਂ ਇਹ ਕਹਿਣਾ ਚਾਹੁੰਦਾ ਵੀ ਸਾਡੀ ਐਸੋਸੀਏਸ਼ਨ ਜਿੰਨੇ ਪਰਿਵਾਰ ਦੁਖੀ ਹੈ ਉਹਨਾਂ ਦੇ ਨਾਲ ਹਾਂ, ਉਹਨਾਂ ਨਾਲ ਹਰ ਆਰਥਿਕ ਮਦਦ ਕਰਨ ਦੀ ਅਸੀਂ ਪੂਰਾ ਸਹਿਯੋਗ ਕਰਨ ਦੇ ਵਚਨਬੱਧ ਹੈਗੇ ਹਾਂ।
ਜਿੰਨੇ ਰੋਜ਼ਗਾਰ ਅਸੀਂ ਦੇਵਾਂਗੇ ਜਾਂ ਜੋ ਮੈਡੀਕਲ ਫੈਸਿਲਿਟੀ ਜਿੱਥੇ ਲੋੜ ਹੋਏਗੀ ਸਾਡੀ ਐਸੋਸੀਏਸ਼ਨ ਅੱਗੇ ਆ ਕੇ ਉਹਨਾਂ ਨੂੰ ਮੈਡੀਕਲ ਫੈਸਿਲਿਟੀ ਦੇਗੀ ਔਰ ਉਹਨਾਂ ਦੇ ਜਿੰਨੇ ਘਰ ਦੇ ਪਰਿਵਾਰ ਦੇ ਸਦੱਸਿਆ ਉਹਨਾਂ ਨੂੰ ਅਸੀਂ ਕੋਈ ਨਾ ਕਿਤੇ ਨੌਕਰੀ ਦੇਣ ਦਾ ਪ੍ਰਬੰਧ ਜ਼ਰੂਰ ਕਰਾਂਗੇ। ਇਹ ਸਾਡਾ ਸਰਕਾਰ ਨਾਲ, ਇਹ ਸਾਡਾ ਹਿਊਮੈਨਿਟੀ ਦੇ ਨਾਲ ਇਹ ਇੱਕ ਸਾਡਾ ਵਚਨਬੱਧ ਆ, ਅਸੀਂ ਪੂਰੀ ਆਪਣੀ ਕੋਸ਼ਿਸ਼ ਕਰਾਂਗੇ। ਜਿੱਥੇ ਤੱਕ ਗੱਲ ਕਰਦੇ ਹਾਂ ਜੀ ਕਿ ਵਾਰਦਾਤ ਹੋਣ ਤੋਂ ਨਾਲ ਹੀ ਇਹ ਸਾਰਾ ਬਲੇਮ, ਸਾਰਾ ਦੋਸ਼ ਇੰਡਸਟਰੀ 'ਤੇ ਪਾ ਦੇਣਾ ਇਹ ਸਹੀ ਨਹੀਂ ਹੈ। ਮੈਂ ਸਮਝਦਾ ਵੀ ਪ੍ਰੈਸ ਦੇ ਵਿੱਚ, ਮੀਡੀਆ ਦੇ ਵਿੱਚ ਇਨਸੀਡੈਂਟ ਹਾਦਸਾ ਹੋਣ ਦੇ ਤੁਰੰਤ ਬਾਅਦ ਇਹ ਕਹਿ ਦਿੱਤਾ ਗਿਆ ਕਿ ਉੱਥੇ ਦੀ ਇੰਡਸਟਰੀ ਖਰਾਬ ਹੈ, ਉੱਥੇ ਇੰਡਸਟਰੀ ਨੇ ਪੋਲਿਊਸ਼ਨ ਨੂੰ ਖਰਾਬ ਕੀਤਾ ਹੈ ਔਰ ਉੱਥੇ ਅਨਆਥੋਰਾਈਜ਼ਡ ਕਨੈਕਸ਼ਨ ਚੱਲੇ ਆ ਰਹੇ ਹੈ। ਇੱਕਦਮ ਆਪਾਂ ਕਨਕਲੂਜਨ 'ਤੇ ਜੰਪ ਕਰਕੇ ਆਪਾਂ ਕਹਿ ਦਈਏ, ਉਹ ਗੱਲ ਠੀਕ ਨਹੀਂ ਹੈ। ਅਸੀਂ ਸਾਰੀਆਂ ਸਰਕਾਰੀ ਇਦਾਰੇ ਉਹਦੇ ਨਾਲ ਲੱਗੇ ਹੋਏ ਨੇ, ਸਾਰੇ ਆਪਣੀ ਆਪਣੀ ਤਰ੍ਹਾਂ ਨਾਲ ਉਹਦੀ ਸਰਵੇ ਹੋ ਰਹੀ ਹੈ। ਪੁਲਿਸ ਨੇ SIT ਫਾਰਮ ਕੀਤੀ ਹੈ, ਲੋਕਲ ਐਡਮਿਨਿਸਟ੍ਰੇਸ਼ਨ ਨੇ ਇੱਕ ਮੈਜਿਸਟਰੀਅਲ ਇਨਕੁਆਇਰੀ ਫਾਰਮ ਕੀਤੀ ਹੈ। ਪੋਲਿਊਸ਼ਨ ਕੰਟਰੋਲ ਬੋਰਡ ਨੇ ਪੂਰਾ ਸਾਰੇ ਪੰਜਾਬ ਦੇ ਜਿੰਨੇ SDO ਐਕਸੀਅਨ ਲੈਵਲ ਦੇ ਲੋਕ ਹੈ 10 ਟੀਮਾਂ ਬਣਾ ਕੇ ਪੂਰੇ ਏਰੀਆ ਦੀ ਮੈਪਿੰਗ ਕੀਤੀ ਹੈ। ਮੈਂ ਖੁਦ ਉਹਦਾ ਵਿਟਨੈਸ ਹਾਂ, ਮੈਂ ਖੁਦ ਦੇਖ ਰਿਹਾ 3 ਦਿਨ ਤੋਂ ਕਿਸ ਤਰ੍ਹਾਂ ਪੋਲਿਊਸ਼ਨ ਕੰਟਰੋਲ ਬੋਰਡ ਦੇ ਸੀਨੀਅਰ ਅਫਸਰ ਰਾਤ ਤੱਕ 12 1 ਵਜੇ ਤੱਕ ਬੈਠ ਕੇ ਉਹਨੂੰ ਹੈਂਡਲ ਕਰ ਰਹੇ, ਮੋਨੀਟਰ ਕਰ ਰਹੇ ਹੈ। ਇਹ ਵੀ ਦੇਖਿਆ ਜਾ ਰਿਹਾ ਹੈ ਵੀ ਸੈਂਪਲ ਕਿੱਥੋਂ ਕਲੈਕਟ ਕਰਨਾ ਹੈ, ਕਿਹੜੇ ਸੀਵਰ 'ਚ ਆਇਆ ਹੈ, ਕਿੱਥੋਂ ਪ੍ਰੋਬਲਮ ਆਈ ਹੈ। ਦੇਖੋ ਜੋ ਹੁਣ ਤੱਕ ਮੈਂ ਸਮਝ ਪਾਇਆ ਉੱਥੇ ਅੱਧੇ ਕਿਲੋਮੀਟਰ ਦੇ ਵਿੱਚ 113 ਫੈਕਟਰੀਆਂ ਨੇ ਔਰ ਅਗਰ ਉਹ 113 ਫੈਕਟਰੀਆਂ ਨੂੰ ਅਸੀਂ ਸਮ ਅਪ ਕਰੀਏ ਤਾਂ 10 ਜਾਂ 12 ਫੈਕਟਰੀਆਂ ਨੇ ਜਿਹੜੀਆਂ ਪੋਲਿਊਟਿੰਗ ਇੰਡਸਟਰੀ ਦੇ ਵਿੱਚ ਫਾਲ ਕਰਦੀਆਂ ਨੇ, ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਪਾਣੀ ਦਾ ਇਸਤੇਮਾਲ ਕਰਦੀਆਂ ਨੇ। ਅਗਰ ਅਸੀਂ ਉਹਨਾਂ ਨੂੰ ਟੋਟਲ ਵੀ ਕਰਕੇ ਦੇਖ ਲਈਏ, ਅਗਰ ਉਹ ਐਟ ਵਨ ਟਾਈਮ ਵੀ ਅਗਰ 100 200 ਲੀਟਰ ਪਾ ਦੇਣਗੇ ਪਾਣੀ ਪੋਲਿਊਟਡ ਅਗਰ ਪਾ ਦੇਣ, ਅਗਰ ਆਪਾਂ ਐਜ਼ਿਊਮ ਕਰਦੇ ਹਾਂ, ਤਾਂ ਵੀ ਇੰਨਾ ਵੱਡਾ ਹਾਦਸਾ ਹੋਣਾ ਨਾਮੁਮਕਿਨ ਹੈ। ਅਸੀਂ ਉਹਨੂੰ ਪੁਆਇੰਟ A ਜਿੱਥੇ ਸੀਵਰ 'ਚ ਹਾਦਸਾ ਹੋਇਆ ਉਹਨੂੰ ਪੁਆਇੰਟ A 0 ਪੁਆਇੰਟ ਉਹਨੂੰ ਕੈਲਕੂਲੇਟ ਕਰਕੇ ਦੇਖੀਏ ਤਾਂ ਉੱਥੋਂ ਅਪਵਰਡ ਫਲੋ ਐਂਡ ਡਾਊਨਵਰਡ ਫਲੋ ਦੋਨੋਂ ਪਾਸੇ ਅਸੀਂ ਚੈੱਕ ਕੀਤਾ। ਜਿਹੜਾ ਹਾਦਸਾ ਜਿੱਥੇ ਹਾਦਸਾ ਹੋਇਆ ਉੱਥੋਂ ਅਪਵਰਡ ਫਲੋ ਜਾਂਦਾ। ਅਗਰ ਉੱਥੇ ਪੋਲਿਊਟਿੰਗ ਇੰਡਸਟਰੀ ਦਾ ਪਾਣੀ ਮੰਨ ਲਓ ਆ ਵੀ ਰਿਹਾ, ਜੇ ਅਜ਼ਿਊਮ ਕਰ ਲਈਏ, ਤਾਂ ਵੀ ਉੱਥੇ ਤੱਕ ਪਹੁੰਚ ਵੀ ਨਹੀਂ ਸਕਦਾ। ਇਹ ਗਰਾਊਂਡ ਰਿਐਲਿਟੀ ਦੀ ਮੈਂ ਗੱਲ ਕਰ ਰਿਹਾ। ਤਾਂ ਆਪਾਂ ਇਹ ਗੱਲਾਂ ਨਾਲ ਦੇਖੀਏ, ਸਾਰਾ ਬਿਨਾਂ ਸੋਚੇ ਸਮਝੇ ਆਪਾਂ ਕਹਿ ਦਈਏ ਇੰਡਸਟਰੀ ਗਲਤ ਹੈ ਜਾਂ ਕੋਈ ਡਿਪਾਰਟਮੈਂਟ ਗਲਤ ਹੈ, ਇਹ ਪੋਸੀਬਲ ਨਹੀਂ ਹੈ। ਮੈਂ ਤੁਹਾਨੂੰ ਇੱਕ ਇਸ ਵੀਡੀਓ ਰਾਹੀਂ ਇਹਦੇ ਬਾਰੇ ਇਹ ਵੀ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ ਇਸੇ ਪੁਆਇੰਟ 'ਤੇ ਅੱਜ ਤੋਂ 10 ਸਾਲ ਪਹਿਲੇ ਸਿਮਿਲਰ ਹਾਦਸਾ ਹੋਇਆ ਸੀ ਔਰ ਉਦੋਂ ਵੀ ਇਹੀ ਚੀਜ਼ ਹਾਈਲਾਈਟ ਕੀਤੀ ਗਈ ਸੀ। ਔਰ ਇੱਕ ਚੀਜ਼ ਹੋਰ ਤੁਹਾਡੇ ਮੈਂ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਜਿਸ ਕਮਰਿਆਂ ਦੇ ਵਿੱਚ ਇਹ ਹਾਦਸਾ ਹੋਇਆ ਹੈ ਉਹ ਲਾਈਨ 'ਚ 3 ਜਾਂ 4 ਕਮਰੇ ਨੇ। ਮੈਂ ਉੱਥੇ ਦੇਖ ਕੇ ਆਇਆ ਜਿੱਥੇ ਅੰਦਰ ਮਤਲਬ ਬੋਡੀਜ਼ ਪਾਈਆਂ ਗਈਆਂ, ਜਿਹੜੇ ਪਰਿਵਾਰ ਦੇ ਸਦੱਸਿਆ ਜਿੱਥੇ ਮਾਰੇ ਗਏ ਨੇ। ਬੜਾ ਅਫਸੋਸ ਹੋਇਆ ਦੇਖ ਕੇ ਉਹਨਾਂ ਨੂੰ ਦੇਖ ਕੇ। ਸੱਚਮੁੱਚ ਜਿਹੜੇ ਲੋਕਾਂ ਦਾ ਮਤਲਬ ਬੜੇ ਭਾਰੇ ਮਨ ਨਾਲ ਲੋਕ ਅੰਦਰ ਗਏ। ਉਹ ਦੇਖੋ ਉਹ ਪੂਰੇ 4 ਦੇ 4 ਕਮਰੇ ਲਾਈਨ 'ਚ ਹੈ। ਈਵਨ ਇਹ 2 ਕਮਰਿਆਂ ਤੋਂ ਤੀਸਰੇ ਕਮਰੇ ਜਾਣਾ ਹੋਵੇ ਤਾਂ ਬਾਥਰੂਮ ਦੇ ਰਾਹੀਂ ਜਾਣਾ ਪੈਂਦਾ। ਵੈਂਟੀਲੇਟਰ ਤਾਂ ਛੱਡੋ, ਉਹਨਾਂ ਕਮਰਿਆਂ 'ਚ ਇੱਕ ਸੁਰਾਖ ਵੀ ਨਹੀਂ ਹੈ ਵੀ ਜਿੱਥੋਂ ਆਪਾਂ ਕਹੀਏ ਵੀ ਪਾਣੀ ਹਵਾ ਨਿਕਲ ਕੇ ਬਾਹਰ ਜਾ ਸਕਦੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਸੀਵਰ ਦੀ। ਜਿਹੜਾ ਉਹ ਕਮਰਿਆਂ ਦੇ ਬਾਹਰ ਜਿਹੜਾ ਸੀਵਰ ਹੈ ਉਹ ਚੋਕਡ ਹੈ। ਉਹ ਕਮਰਿਆਂ ਨੂੰ ਦੇ ਸੀਵਰ ਨੂੰ ਲਾਈਨ ਨਾਲ ਬੰਦ ਕਰਕੇ ਡੰਡੇ ਨਾਲ ਸਾਫ਼ ਕਰਕੇ ਜਦੋਂ ਬੈਕ ਮਾਰਦੇ ਆ ਤਾਂ ਉਹਦੀ ਵੀ ਗੈਸ ਅੰਦਰ ਹੀ ਜਾਣੀ ਹੈ। ਦੇਖੋ ਇੱਕ ਗੱਲ ਕਰਦੇ ਹਾਂ ਵੀ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਹੈ ਵੀ ਜਦੋਂ ਸੀਵਰ ਔਰ ਜ਼ਿਆਦਾਤਰ ਜਿਹੜੇ ਸੈਪਟਿਕ ਟੈਂਕਸ ਦੀ ਸਫਾਈ ਹੁੰਦੀ ਹੈ ਨਾ ਜੀ, ਅਤੇ ਸੈਪਟਿਕ ਟੈਂਕਸ ਦੀ ਸਫਾਈ 'ਚੋਂ ਹਾਈਡਰੋਜਨ ਸਲਫਾਈਡ ਗੈਸ ਜਨਰੇਟ ਹੁੰਦੀ ਹੈ ਔਰ ਉਹੀ ਸੇਮ ਹਾਈਡਰੋਜਨ ਸਲਫਾਈਡ ਗੈਸ ਹੀ ਉਸ ਵਕਤ ਮੌਕੇ 'ਤੇ ਪਾਈ ਗਈ ਹੈ, ਜਿਹਦੇ 'ਚ ਲੋਕਲ ਐਡਮਿਨਿਸਟ੍ਰੇਸ਼ਨ ਵਾਲਿਆਂ ਦੇ ਵੀਡੀਓ ਵੀ ਆ ਰਹੇ, ਤੁਸੀਂ ਦੇਖਿਆ ਹੋਣਾ। ਅਤੇ ਉਹ ਐਡਮਿਨਿਸਟ੍ਰੇਸ਼ਨ ਨੇ ਹਾਈ ਕੋਰਟ ਦੇ ਆਰਡਰ ਤੋਂ ਬਾਅਦ ਮੈਨੂਅਲ ਕਲੀਨਿੰਗ ਆਫ ਸੈਪਟਿਕ ਟੈਂਕਸ ਬੰਦ ਕਰ ਦਿੱਤੇ ਨੇ, ਕਿਉਂਕਿ ਉਹ ਇੱਕਦਮ ਉਹ ਇੰਨੀ ਹਾਈ ਡੈਂਸਿਟੀ ਦੇ ਨਾਲ ਉਹ ਗੈਸ ਫੈਲਦੀ ਹੈ ਕਿ ਜਿਹਦੇ ਨਾਲ ਥੋੜ੍ਹੇ ਜਿਹੇ ਚੰਦ ਸੈਕਿੰਡਸ ਦੇ ਵਿੱਚ ਹੀ ਬੰਦੇ ਦੀ ਡੈਥ ਹੋ ਜਾਂਦੀ ਹੈ। ਔਰ ਇਹ ਹਾਦਸੇ ਆਏ ਦਿਨ ਹੁੰਦੇ ਰਹੇ। ਇਹ ਹਾਦਸਿਆਂ ਨੂੰ ਦੇਖਦੇ ਹੋ ਹਾਈ ਕੋਰਟ ਨੇ ਉਹਦੀ ਮੈਨੂਅਲ ਕਲੀਨਿੰਗ ਆਫ ਸੀਵਰਸ ਐਂਡ ਸੈਪਟਿਕ ਟੈਂਕਸ ਬੰਦ ਕੀਤੇ ਹੋਏ ਆ। ਸਿਮਿਲਰ ਗੈਸ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸੀਵਰ ਗੈਸ ਵੀ ਗਿਣਦੇ ਹਾਂ, ਉਹ ਸਿਮਿਲਰ ਗੈਸ ਉੱਥੋਂ ਪਾਈ ਗਈ ਹੈ। ਸਾਰਿਆਂ ਦੇ ਔਨ ਰਿਕਾਰਡ ਹੈ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਵੀ ਇਹ ਦੇਖਿਆ। ਜਦੋਂ ਅਸੀਂ ਪੁਰਾਣੇ 10 ਸਾਲ ਪਹਿਲੇ ਵੀ ਹਾਦਸੇ ਦੀ ਗੱਲ ਕਰਦੇ ਹਾਂ, ਜਦੋਂ ਇਹ ਹਾਦਸਾ ਉੱਥੇ ਹੋਇਆ ਹੈ ਤਾਂ ਉਦੋਂ ਪਾਇਆ ਗਿਆ ਸੀਗਾ ਕਿ ਜਿਹੜਾ ਸੀਵਰ ਲਾਈਨ ਉੱਥੇ ਜਾ ਰਹੀ ਹੈ ਉਹ ਅਨਪਲੈਨਡ ਹੈ ਔਰ ਉਹਦਾ ਡਿਜ਼ਾਈਨ ਪ੍ਰੋਪਰ ਨਹੀਂ ਹੈ। ਔਰ ਉਸ ਜਿਹੜੇ ਪੁਆਇੰਟ A ਦਾ ਸੀਵਰ ਜਿਹੜਾ ਜਿੱਥੇ ਲਾਈਨ ਜੁੜੀ ਹੈ ਉਹਦੇ ਨਾਲ ਕਿੰਨੇ ਹੀ ਅਨਆਥੋਰਾਈਜ਼ਡ ਜਿਹੜੇ ਲਾਈਨਾਂ ਨੇ ਉਹ ਨਾਲ ਜੁੜੀਆਂ ਹੋਈਆਂ। ਅਗਰ ਜੇ ਸੀਵਰ ਦੀ ਕਪੈਸਿਟੀ 100 ਲੀਟਰ ਦੀ ਹੈ ਔਰ ਉਹ 5000 ਲੀਟਰ ਨੂੰ ਕੈਟਰ ਕਰ ਰਿਹਾ ਹੈ ਅਤੇ ਉਹਦਾ
ਮਿਊਨਿਸਪਲ ਕਾਰਪੋਰੇਸ਼ਨ ਦੇ ਕੋਲ ਕੋਈ ਸਫਾਈ ਦਾ, ਕੋਈ ਸਿਸਟਮੈਟਿਕ ਕਲੀਨਿੰਗ ਦਾ ਜਾਂ ਜੈਟ ਮਸ਼ੀਨ ਲਗਾਉਣ ਦਾ ਕੋਈ ਸਿਸਟਮ ਨਹੀਂ ਹੈ, ਕੋਈ ਉਹਨਾਂ ਕੋਲ ਅਪਰੋਚ ਨਹੀਂ ਹੈ, ਔਰ ਉਹ ਜੈਮ ਹੀ ਚੱਲਿਆ ਆ ਰਿਹਾ ਕਈ ਸਾਲਾਂ ਤੋਂ। ਤਾਂ ਮੈਨੂੰ ਦੱਸੋ ਕਿ ਉਹਦੇ ਲਈ ਜ਼ਿੰਮੇਵਾਰ ਕੌਣ ਹੈ? ਉਹਦੇ ਲਈ ਜ਼ਿੰਮੇਵਾਰ ਇੰਡਸਟਰੀ ਹੈ ਜਾਂ PPCB ਹੈ ਜਾਂ ਮਿਊਨਿਸਪਲ ਕਾਰਪੋਰੇਸ਼ਨ ਹੈ? ਮਿਊਨਿਸਪਲ ਕਾਰਪੋਰੇਸ਼ਨ ਨਾਲ ਅਸੀਂ ਆਏ ਦਿਨ ਰਾਬਤਾ ਕਾਇਮ ਕਰਦੇ ਹਾਂ, ਉਹਨਾਂ ਨੂੰ ਚਿੱਠੀਆਂ ਲਿਖਦੇ ਹਾਂ। ਮੈਂ ਤੁਹਾਨੂੰ ਚਿੱਠੀ ਹੈ ਜੀ ਇਹ ਦਿਖਾ ਰਹੇ ਹਾਂ। ਇਹ ਹਰ 15 ਦਿਨ 20 ਦਿਨ ਬਾਅਦ ਅਸੀਂ ਆਪਣੀ ਐਸੋਸੀਏਸ਼ਨ ਵੱਲੋਂ ਲੈਟਰ ਲਿਖੀ ਜਾ ਰਹੀ ਹੈ, ਤੁਸੀਂ ਇਹ ਦੇਖ ਸਕਦੇ ਹੋ। ਲਾਸਟ ਲੈਟਰ ਮੈਂ ਇਹਨਾਂ ਨੂੰ 15 ਅਪ੍ਰੈਲ ਨੂੰ ਲਿਖੀ ਹੈ ਟੂ ਕਮਿਸ਼ਨਰ ਕਾਰਪੋਰੇਸ਼ਨ ਜ਼ੋਨ B ਸਰਾਭਾ ਨਗਰ ਲੁਧਿਆਣਾ। ਮੈਂ ਇਹਦੇ 'ਚ ਚੰਦ ਲਾਈਨਾਂ ਲਿਖੀਆਂ, ਇਹਦੇ 'ਚ ਮੈਂ ਸਿਰਫ 2 ਲਾਈਨਾਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ। ਇਹਦੇ 'ਚ ਲਿਖਿਆ ਦ ਸੀਵਰ ਲਾਈਨਸ ਆਫ ਫੋਕਲ ਪੁਆਇੰਟ ਰਿਮੇਨਸ ਚੋਕਡ ਮੋਸਟ ਆਫ ਦ ਟਾਈਮ। It provides very shabby look for the visitors and spread diseases. It is suggested that a few sewer men may be allotted to every phase and jet machine be placed permanently in focal point. In the recent past, there has been many incidents where human lives were put to danger due to choke lines. Manual cleaning has been banned as per order of High Court, and there has been no permanent deployment of super suction machines in focal point. So how are we supposed to provide clean environment to the industry? So देखो, ਅਸੀਂ ਫੋਕਲ ਪੁਆਇੰਟ ਦੇ ਵਿੱਚ ਸਾਰੇ ਇੰਡਸਟਰੀਅਲ ਆਈ ਜ਼ੋਨਸ ਦੇ ਵਿੱਚ ਲੁਧਿਆਣਾ ਦੇ ਜਿੰਨਾ ਕਾਰਪੋਰੇਸ਼ਨ ਸਾਡੇ ਤੋਂ ਟੈਕਸ ਮੰਗਦੀ ਹੈ, ਪ੍ਰੋਪਰਟੀ ਟੈਕਸ, ਉਹਨੂੰ ਭਰਪੂਰ ਟੈਕਸ ਦਿੱਤਾ ਜਾ ਰਿਹਾ ਹੈ। ਇੱਕ ਦਿਨ ਦੀ ਡਿਲੇ ਨਹੀਂ ਕੀਤੀ ਜਾ ਰਹੀ। ਔਰ ਤੁਸੀਂ ਵੀ ਚੱਲ ਕੇ ਆਏ ਹੋ ਇੰਨੀ ਦੂਰ, ਤੁਸੀਂ ਰਸਤੇ 'ਚ ਜਿਸ ਹਾਲਾਤ 'ਚੋਂ ਨਿਕਲ ਕੇ ਆਏ ਹੋ, ਤੁਸੀਂ ਦੇਖੋ ਰਹਿਣ ਵਾਲੇ ਹਾਲਾਤ ਹੈ, ਇੱਥੇ ਕੰਮ ਕਰਨ ਵਾਲੇ ਹਾਲਾਤ ਹੈ। ਇਜ਼ ਮਿਊਨਿਸਪਲ ਕਾਰਪੋਰੇਸ਼ਨ ਨਾਟ ਰਿਸਪੋਂਸੀਬਲ ਟੂ ਪ੍ਰੋਵਾਈਡ ਅਸ ਬੇਸਿਕ ਅਮੈਨਿਟੀਜ਼ ਟੂ ਰਨ ਆਰ ਇੰਡਸਟਰੀ? ਚੌਕ ਲਾਈਨਾਂ ਤਾਂ ਇੱਥੇ ਰੂਟੀਨ ਦਾ ਮੈਟਰ ਹੈ। ਸਾਡੇ ਆਏ ਦਿਨ ਚੌਕ ਲਾਈਨਾਂ ਹੁੰਦੀਆਂ, ਅਸੀਂ ਆਪਣੇ ਬੰਦਿਆਂ ਤੋਂ ਆਪਣੇ ਅਰੇਂਜਮੈਂਟ ਕਰਕੇ ਮਸ਼ੀਨ ਹਾਇਰ ਕਰਕੇ ਅਸੀਂ ਸਾਫ਼ ਕਰਾਉਂਦੇ ਹਾਂ। ਕਾਰਪੋਰੇਸ਼ਨ ਦੇ ਨਾਲ ਅਸੀਂ ਰਾਬਤਾ ਕਾਇਮ ਕਰਦੇ ਹਾਂ, ਰਿਕੁਐਸਟ ਦਿੰਦੇ ਹਾਂ, ਨਾ ਤਾਂ ਸਾਨੂੰ ਕੋਈ ਰਿਪਲਾਈ ਆਉਂਦਾ ਕਾਰਪੋਰੇਸ਼ਨ ਦੇ ਕਿਸੇ ਸੀਨੀਅਰ ਆਫੀਸਰ ਤੋਂ, ਨਾ ਕੋਈ ਬੰਦਾ ਹੈਲਪ ਲਈ ਆਉਂਦਾ। ਸੀਵਰਮੈਨ ਛੱਡੋ, ਇੱਥੇ ਕਲੀਨਿੰਗ ਅਸੀਂ ਪਤਾ ਕੀਤਾ ਹਰ ਫੇਜ਼ ਦੇ ਵਿੱਚ 15 ਤੋਂ 20 ਸਵੀਪਰ ਲੱਗੇ ਹੋਏ ਨੇ। ਅਸੀਂ ਤਾਂ ਅੱਜ 25 ਸਾਲ 'ਚ ਇੱਕ ਵੀ ਸਵੀਪਰ ਰੋਡ ਤੇ ਨਹੀਂ ਦੇਖਿਆ। ਸਾਨੂੰ ਨਹੀਂ ਸਮਝ ਆਉਂਦਾ 100-125 ਸਵੀਪਰ ਕਿੱਥੇ ਜਾ ਰਿਹਾ, ਉਹਨੂੰ ਤਨਖਾਹ ਕਿਉਂ ਦਿੱਤੀ ਜਾ ਰਹੀ ਹੈ ਔਰ ਕੀ ਫੈਸਿਲਿਟੀ ਪ੍ਰੋਵਾਈਡ ਕਰ ਰਹੇ ਹੈ। ਸੋ ਮੈਂ ਇਹ ਚਾਹੁੰਦਾ ਵੀ ਹਰ ਜਿਹੜੀ ਗਵਰਨਮੈਂਟ ਏਜੰਸੀ ਹੈ ਉਹ ਆਪਣਾ ਕੰਮ ਕਰੇ। ਅਗਰ ਪੋਲਿਊਸ਼ਨ ਕੰਟਰੋਲ ਬੋਰਡ 'ਤੇ ਅਸੀਂ ਲਗਾਉਂਦੇ ਹਾਂ ਕਿ ਉਹ ਆਪਣਾ ਕੰਮ ਕਰਨ, ਉਹਨਾਂ ਨੂੰ ਅਸੀਂ ਚਾਹੁੰਦੇ ਹਾਂ ਕਿ ਆਪਣੀ ਡਿਊਟੀ ਭਰਪੂਰ ਕਰਨ, ਉਹ ਕਰ ਰਹੇ ਨੇ। ਉਹ ਜਿੰਨਾ ਕੁ ਪਿਛਲੇ NGT ਦੇ ਪ੍ਰੈਸ਼ਰ ਤੋਂ ਬਾਅਦ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਆਫੀਸਰ ਸਟ੍ਰਿਕਟ ਹੋ ਕੇ ਕੰਮ ਕਰ ਰਹੇ, ਇੰਡਸਟਰੀਆਂ 'ਤੇ ਜ਼ੋਰ ਪਾ ਰਹੇ ਹੈ ਨੋਰਮਸ ਪੂਰੇ ਕਰਨ ਦਾ। ਮੈਨੂੰ ਲੱਗਦਾ ਕਈ ਵਾਰ ਸਾਨੂੰ ਉਹਨਾਂ ਨੂੰ ਜਾ ਕੇ ਰੋਕਣਾ ਪੈਂਦਾ ਹੈ ਕਿ ਭਾਈ ਇੰਡਸਟਰੀ ਵੀ ਚਲਾਉਣੀ ਹੈ, ਇਨਵਾਇਰਨਮੈਂਟ ਵੀ ਕੰਟਰੋਲ ਕਰਨਾ ਹੈ, ਅਤੇ ਉਹਦਾ ਬੈਲੈਂਸ ਰੱਖ ਕੇ ਚੱਲੋ। ਅਤੇ ਉਹੀ ਅਸੀਂ ਚਾਹੁੰਦੇ ਹਾਂ ਸਟ੍ਰਿਕਟਨੈਸ ਬਾਕੀ ਵੀ ਜਿਹੜੇ ਡਿਪਾਰਟਮੈਂਟਸ ਹੈ ਉਨੀ ਸਿੰਸੀਅਰਿਟੀ ਨਾਲ ਕੰਮ ਕਰਨ। ਮੈਂ ਚਾਹੁੰਦਾ ਮਿਊਨਿਸਪਲ ਕਾਰਪੋਰੇਸ਼ਨ ਜਿਹੜੀ ਹੈ ਉਹ ਆਪਣਾ ਰੋਲ ਪੂਰਾ ਨਿਭਾਏ। ਅਸੀਂ ਇੰਡਸਟਰੀ ਦੇ ਜਿੰਨੇ ਲੋਕ ਬੈਠੇ ਹਾਂ ਸਪੈਸ਼ਲੀ ਇਨ ਫੋਕਲ ਪੁਆਇੰਟ, ਅਸੀਂ ਇਹਨਾਂ ਦੀ ਕਾਰਗੁਜ਼ਾਰੀ ਨਾਲ ਬਿਲਕੁਲ ਸੈਟਿਸਫਾਈਡ ਨਹੀਂ ਹੈ। ਮੈਂ ਚਿੱਠੀਆਂ ਦਿਖਾਣਾ ਜੀ, ਅਸੀਂ ਲੋਕਲ ਬਾਡੀ ਮਿਨਿਸਟਰੀ ਨੂੰ ਇਹ ਆਏ ਦਿਨ ਚਿੱਠੀਆਂ CC ਕਰ ਰਹੇ ਹਾਂ, ਡਾਇਰੈਕਟਲੀ ਦੇ ਰਹੇ ਹਾਂ। ਸਾਨੂੰ ਅਫਸੋਸ ਹੈ ਵੀ ਉੱਥੋਂ ਕੋਈ ਰਿਪਲਾਈ ਨਹੀਂ ਆਉਂਦਾ ਔਰ ਸਾਨੂੰ ਇਸ ਰਿਪਲਾਈ ਦੇ ਲਈ ਸਾਨੂੰ ਬਾਰ-ਬਾਰ ਜਦੋਜਹਿਦ ਕਰਨੀ ਪੈਂਦੀ ਹੈ। ਇਹ ਗੱਲ ਸਹੀ ਨਹੀਂ ਹੈ। ਜਿੱਥੇ ਤੱਕ ਸੀਵਰ ਦੀ ਚੋਕਿੰਗ ਦੀ ਗੱਲ ਹੈ, ਸੀਵਰ ਨੂੰ ਚੋਕ ਹੋਣਾ ਔਰ ਉਹਦੀ ਸਫਾਈ ਦਾ ਕੋਈ ਮੈਕੈਨਿਜ਼ਮ ਹਾਲੇ ਤੱਕ ਕਿਉਂ ਨਹੀਂ ਬਣਿਆ, ਇਹਦੇ ਬਾਰੇ ਸਾਨੂੰ ਇਹ ਜਾਣਨ ਦੀ ਲੋੜ ਹੈ। ਮੈਂ ਅੱਜ ਇਸ ਵੀਡੀਓ ਰਾਹੀਂ ਅਪੀਲ ਕਰਦਾ ਮਿਊਨਿਸਪਲ ਕਾਰਪੋਰੇਸ਼ਨ ਦੇ ਸੀਨੀਅਰ ਅਫਸਰਾਂ ਨੂੰ ਕਿ ਸਾਡੀ ਕਾਰਪੋਰੇਸ਼ਨ 'ਚ ਆ ਕੇ ਸਾਨੂੰ ਦੱਸਣ ਕਿ ਪਿਛਲੇ 1 ਸਾਲ ਦੇ ਵਿੱਚ ਕਲੀਨਿੰਗ ਕਦੋਂ ਹੋਈ, ਕੋਈ ਔਨ ਪੇਪਰ ਹੀ ਹੋਈ ਜਾਂ ਉਹਦੀ ਕਿੰਨੀ ਪੇਮੈਂਟ ਕੀਤੀ ਗਈ ਔਰ ਆਉਣ ਵਾਲੇ 1 ਸਾਲ ਦੇ ਵਿੱਚ ਕਿੱਦਾਂ ਹੋਏਗੀ। ਮੈਂ ਰੀਸੈਂਟਲੀ ਜਿਹੜੇ ਚੀਫ ਇੰਜੀਨੀਅਰ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਜੀ ਜਿੱਦਾਂ ਬਾਰਿਸ਼ਾਂ ਦੇ ਵਿੱਚ ਇੱਥੇ ਸੀਵਰ ਭਰ ਜਾਂਦੇ ਆ, ਸੜਕਾਂ ਤੇ ਪਾਣੀ ਆ ਜਾਂਦਾ ਹੈ, ਅਤੇ ਤੁਸੀਂ ਇਹ ਦੇਖੋ ਵੀ ਜਿਹੜੀ ਇੰਨੀ ਕੰਕਰੀਟ ਸੜਕਾਂ 35 ਕਰੋੜ ਦੇ ਲਾਗਤ ਨਾਲ ਬਣੀਆਂ ਨੇ, PSIC ਨੇ ਬਣਾਈਆਂ ਨੇ, ਉਹ ਸੜਕਾਂ ਦੇ ਵਿੱਚ ਵੀ ਦਰਾਰ ਆਉਣ ਲੱਗ ਗਈ ਹੈ ਕਿਉਂਕਿ ਪਾਣੀ ਸੜਕਾਂ 'ਤੇ ਖੜਨ ਲੱਗ ਗਿਆ। ਅਤੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਚੀਫ ਇੰਜੀਨੀਅਰ ਸਾਹਿਬ ਨੂੰ ਵੀ ਸਾਨੂੰ ਦੱਸੋ ਵੀ ਪ੍ਰੀਵੈਂਟਿਵ ਮੇਨਟੇਨੈਂਸ ਆਫ ਸੀਵਰ ਲਾਈਨ ਕੀ ਕਰ ਰਹੇ ਹੋ, ਕੀ ਤੁਸੀਂ ਸੀਵਰ ਲਾਈਨਸ ਦੇ ਵਿੱਚ ਆਉਣ ਵਾਲੇ ਮਹੀਨੇ ਸਾਨੂੰ ਪ੍ਰੋਵਾਈਡ ਕਰੂੰਗਾ ਕਿ ਸਾਫ਼ ਹੋਏਗਾ ਔਰ ਬਰਸਾਤੀ ਪਾਣੀ ਸੜਕਾਂ 'ਚ ਨਹੀਂ ਆਏਗਾ ਔਰ ਸੜਕ ਤੋਂ ਘੁਸ ਕੇ ਫੈਕਟਰੀਆਂ ਦੇ ਵਿੱਚ ਨਹੀਂ ਆਏਗਾ। ਸਾਨੂੰ ਅਫਸੋਸ ਹੈ ਕੋਈ ਉਹਦਾ ਰਿਪਲਾਈ ਨਹੀਂ ਹੈ, ਕਿਸੇ ਤਰ੍ਹਾਂ ਦੀ ਕੋਈ ਸਾਨੂੰ ਹੋਪ ਜਾਂ ਕੋਈ ਸਾਨੂੰ ਹੈਲਪ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਨਹੀਂ ਮਿਲ ਰਹੀ। ਮਿਊਨਿਸਪਲ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਮੈਂ ਕਮਿਸ਼ਨਰ ਮੈਡਮ ਨੂੰ ਵੀ ਅਪੀਲ ਕਰਦਾ ਕਿ ਸਾਡੇ ਨਾਲ ਬੈਠ ਕੇ ਮੀਟਿੰਗ ਕਰਨ, ਸਾਨੂੰ ਸਮਝਾਉਣ ਵੀ ਸਾਡੀ ਜਾਨ ਮਾਲ ਦੀ ਜਿਹੜਾ ਹਰਜਾਨਾ ਹੁੰਦਾ ਹੈ ਜਾਂ ਜੋ ਸਾਨੂੰ ਆਉਣ ਵਾਲੇ ਟਾਈਮ 'ਚ ਸਾਨੂੰ ਕੀ ਫੈਸਿਲਿਟੀ ਪ੍ਰੋਵਾਈਡ ਕਰ ਰਹੇ ਆ। ਮੇਰੀ ਇਹ ਤੁਹਾਡੀ ਵੀਡੀਓ ਰਾਹੀਂ ਇਹ ਅਪੀਲ ਆ ਉਹਨਾਂ ਨੂੰ। ਸਵਾਲ ਉਹੀ ਹੈ, ਤੁਸੀਂ ਆਪਣੀ ਕਾਰਪੋਰੇਸ਼ਨ ਤੇ ਗੱਲ ਕਰ ਰਹੇ ਹੋ ਵੀ ਕਾਰਪੋਰੇਸ਼ਨ ਵੀ ਪਾਰਟ ਆਫ ਸਰਕਾਰ ਦਾ ਹਿੱਸਾ ਹੈ। ਕਾਰਪੋਰੇਸ਼ਨ ਨੂੰ ਤੁਸੀਂ ਬਾਰ-ਬਾਰ ਕਹਿਣ ਦੇ ਬਾਵਜੂਦ
ਅਗਰ ਕਾਰਪੋਰੇਸ਼ਨ ਤੁਹਾਡੇ ਸੀਵਰੇਜ ਸਫਾਈ ਨਹੀਂ ਕਰਦੀ, ਪੋਲਿਊਸ਼ਨ ਬੋਰਡ ਕੰਟਰੋਲ ਬੋਰਡ ਵੀ ਇਹੀ ਕਹਿੰਦਾ ਵੀ ਅਸੀਂ ਜਦੋਂ ਇਹ ਟ੍ਰੀਟਮੈਂਟ ਪਲਾਂਟ ਲਗਾਏ ਆ ਉੱਥੇ ਪ੍ਰੋਪਰ ਪਾਣੀ ਨਹੀਂ ਜਾਂਦਾ। ਕੀ ਇਹ ਦੋਨੋਂ ਡਿਪਾਰਟਮੈਂਟ ਜ਼ਿੰਮੇਦਾਰ ਹੈ, ਇੰਡਸਟਰੀ ਨਹੀਂ ਜ਼ਿੰਮੇਦਾਰ? ਦੇਖੋ ਜੀ ਜਦੋਂ ਕਾਰਪੋਰੇਸ਼ਨ ਦੇ ਕੋਲ ਮੈਸੇਜ ਆਉਂਦਾ ਹੈ ਕਿ ਵੀ ਇਹ ਵਾਲੇ ਜਿਹੜੇ ਯੂਨਿਟਸ ਹੈ, ਪੀਪੀਸੀਬੀ ਕਹਿ ਰਹੀ ਹੈ ਆਪਣਾ ਕੰਮ ਨਹੀਂ ਠੀਕ ਕਰ ਰਹੇ ਜਾਂ ਇਹਨਾਂ ਦੀਆਂ ਲਾਈਨਸ ਜਿਹੜੀਆਂ ਇਹਨਾਂ ਨੂੰ ਵਾਟਰ ਕਨੈਕਸ਼ਨ ਕੱਟਿਆ ਜਾਵੇ, ਤਾਂ ਉਸ ਤੋਂ ਬਾਅਦ ਇਹ ਕਾਰਪੋਰੇਸ਼ਨ ਦੀ ਡਿਊਟੀ ਹੈ ਕਿ ਉਹ ਜਿਹੜੇ ਆਰਡਰਸ ਹੈ ਉਹਨਾਂ ਨੂੰ ਇੰਪਲੀਮੈਂਟ ਕਰਨ ਔਰ ਉਹ ਜਿਹੜੇ ਲਾਈਨ ਨੂੰ ਪੈਨਲਾਈਜ਼ ਕਰਨ ਜਾਂ ਉਹਨਾਂ ਦੀ ਲਾਈਨ ਕੱਟਣ। ਅਗਰ ਉਹ ਆਪਣਾ ਰੋਲ ਕਾਰਪੋਰੇਸ਼ਨ ਵਾਲੇ ਨਿਭਾਉਣ, ਇਮਾਨਦਾਰੀ ਨਾਲ ਨਿਭਾਉਣ, ਤੇ ਨੌਬਤ ਕਿਉਂ ਆਵੇ? ਪੀਪੀਸੀਬੀ ਦਾ ਇੱਕ ਸਪੈਸੀਫਿਕ ਰੋਲ ਹੈ, ਇਨਵਾਇਰਨਮੈਂਟ ਦੀ ਕੰਜ਼ਰਵੇਸ਼ਨ ਹੈ, ਉਹਦੇ ਤੁਹਾਨੂੰ ਗਾਈਡ ਕਰਨਾ ਹੈ, ਲੇਕਿਨ ਸਾਰਾ ਆਪਾਂ ਬਲੇਮ ਇੱਕੋ ਹੀ ਡਿਪਾਰਟਮੈਂਟ ਤੇ ਪਾ ਦਈਏ ਤੇ ਦੂਸਰੇ ਨੂੰ ਬਿਲਕੁਲ ਆਪਾਂ ਕਹੀਏ ਉਹਦਾ ਜ਼ਿੰਮੇਵਾਰੀ ਨਹੀਂ ਹੈ, ਇਹ ਵੀ ਠੀਕ ਨਹੀਂ ਹੈ। ਨਾਮ ਦੱਸ ਕੇ ਜ਼ਰੂਰ। ਮੇਰਾ ਨਾਂ ਜੀ ਅਨਿਲ ਸਚਦੇਵਾ। ਸਦੇਵਾ, ਜਿਹੜਾ ਪਹਿਲਾ ਕੁਐਸਚਨ ਹੈ ਉਹਦੇ ਤੇ ਆਪਾਂ ਜ਼ਰੂਰ ਤੇ ਦੇਖਾਂਗੇ ਕਿ ਇੱਕ ਲੁਧਿਆਣੇ ਦੇ ਮੈਂਬਰ ਪਾਰਲੀਮੈਂਟ, ਲੁਧਿਆਣਾ ਦਾ ਪੁਲਿਸ ਪ੍ਰਸ਼ਾਸਨ ਜਾਂ ਹੋਰ ਵੀ ਡਿਪਾਰਟਮੈਂਟ ਇਹ ਕਹਿ ਰਹੇ ਨੇ ਵੀ ਇੰਡਸਟਰੀ ਜ਼ਿੰਮੇਦਾਰ ਹੈ ਔਰ ਇੰਡਸਟਰੀ ਚੋਰ ਹੈ। ਦੂਸਰਾ ਸਵਾਲ ਉਹਨਾਂ ਨੇ ਨਾਲ ਹੀ ਕਹਤਾ ਵੀ ਐਸੀ ਇੰਡਸਟਰੀ ਸਾਰੀ ਦੀ ਸਾਰੀ ਇੰਡਸਟਰੀ ਤੋੜ ਦਿੱਤੀ ਜਾਵੇ। ਕਿਸੇ ਸਹਿਮਤ ਹੋ ਤੁਸੀਂ ਇਸ ਜ਼ਿੰਮੇਦਾਰ ਮੈਂਬਰ ਪਾਰਲੀਮੈਂਟ ਦੇ ਬਿਆਨ ਤੇ? ਅਸੀਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ। ਇੰਡਸਟਰੀ ਹਮੇਸ਼ਾ ਹੀ, ਇਹ ਨਹੀਂ ਹੈ ਵੀ ਇੰਡਸਟਰੀ ਹਰ ਜਗ੍ਹਾ ਗਲਤ ਹੈ। ਸਰਕਾਰ ਹੈ, ਸਰਕਾਰ ਦੇ ਅੱਗੋਂ ਆਦਰੇ ਨੇ ਸਾਰੇ, ਕਾਰਪੋਰੇਸ਼ਨ ਹੈ, BPCL ਹੈ, ਸਾਰੇ ਆਦਰੇ ਨੇ ਜਿਨ੍ਹਾਂ ਦੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਜਿੰਨੀ ਕੁ ਇੰਡਸਟਰੀ ਜ਼ਿੰਮੇਵਾਰੀ ਹੈ ਉਦੋਂ ਬਾਅਦ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ। ਅਸੀਂ ਰਿਕੁਐਸਟ ਕਰਕੇ ਕਾਰਪੋਰੇਸ਼ਨ ਨੂੰ ਥੱਕ ਜਾਂਦੇ ਹਾਂ ਜੀ। ਸਾਡੇ ਸੀਵਰੇਜ ਚੌਕ ਨੇ ਖਰਾਬ ਨੇ, ਬਿਮਾਰੀ ਫੈਲ ਰਹੀ ਹੈ, ਅਸੀਂ ਉਹ ਬਿਮਾਰ ਗੰਦੇ ਪਾਣੀ 'ਚ ਰਹਿ ਰਹੇ ਹਾਂ, ਲੇਕਿਨ ਕੋਈ ਸੁਣਵਾਈ ਨਹੀਂ ਹੁੰਦੀ। ਹਰ ਵੇਲੇ ਇੰਡਸਟਰੀ ਜ਼ਿੰਮੇਵਾਰ ਨਹੀਂ ਹੁੰਦੀ ਇਸ ਕੰਮ ਦੀ, ਵੀ ਇੰਡਸਟਰੀ ਹਰ ਵਾਰ ਜ਼ਿੰਮੇਵਾਰ ਹੈ। ਇੰਡਸਟਰੀ ਟੈਕਸ ਦੇ ਰਹੀ ਹੈ, ਸਭ ਕੁਝ ਦੇ ਰਹੀ ਹੈ, ਰੋਡ ਟੈਕਸ ਦੇ ਰਹੀ ਹੈ, ਪ੍ਰਾਪਰਟੀ ਟੈਕਸ ਦੇ ਰਹੀ ਹੈ, ਸੀਵਰੇਜ ਟੈਕਸ ਦੇ ਰਹੀ ਹੈ, ਇਹਨਾਂ ਨੂੰ ਹਰ ਚੀਜ਼ ਦਾ ਟੈਕਸ ਦੇ ਰਹੀ ਹੈ, ਲੇਕਿਨ ਫਿਰ ਵੀ ਸਾਨੂੰ ਉਹਦੀ ਕੋਈ ਫੈਸਿਲਿਟੀ ਨਹੀਂ ਮਿਲ ਰਹੀ। ਇਸ ਵਾਸਤੇ ਹਰ ਵਾਰੀ ਇੰਡਸਟਰੀ ਨੂੰ ਹੀ ਜ਼ਿੰਮੇਵਾਰ ਠਹਿਰਾਉਣਾ ਕੋਈ ਜ਼ਰੂਰੀ ਨਹੀਂ ਹੈ ਵੀ ਇੰਡਸਟਰੀ ਹੀ ਜ਼ਿੰਮੇਵਾਰ ਹੈ। किशोर लड़ियाँ ਸਰ ਇਸ ਤਰ੍ਹਾਂ ਹੈ, ਅਗਰ ਇੰਡਸਟਰੀ ਹਰ ਜਗ੍ਹਾ ਜ਼ਿੰਮੇਦਾਰ ਨਹੀਂ ਹੈ, ਇਹ 'ਚ ਤਾਂ ਹੈਗਾ ਵੀ ਹਰ ਜਗ੍ਹਾ ਕਿਤੇ ਨਾ ਕਿਤੇ ਬਲੈਕ ਸ਼ੀਪ ਹੁੰਦੀਆਂ। ਜੇ ਕੋਈ ਇੱਕ ਇੰਡਸਟਰੀ ਦਾ ਕਾਰਨ ਕੋਈ ਬਣਦਾ ਤਾਂ ਉਸ ਇੰਡਸਟਰੀ ਤੇ ਡਿਪਾਰਟਮੈਂਟ ਬੈਠਾ, ਸਰਕਾਰ ਬੈਠੀ ਆ, ਉੱਤੇ ਐਕਸ਼ਨ ਕਰੇ। देखो जी, रिस्पॉन्सिबिलिटी तो जो है प्राइमरीली म्यूनसिपल कॉरपोरेशन की है, अकाउंटेबल इंडस्ट्री है, तो जो म्यूनसिपल कॉरपोरेशन ने गवर्नमेंट को जवाब देना है उसकी रिस्पॉन्सिबिलिटी है। जैसे पंकज कह रहे इंफ्रास्ट्रक्चर ही नहीं है, रोड्स नहीं है, सीवरेज प्रॉपर नहीं है, क्या कहना चाहेंगे? इंफ्रास्ट्रक्चर बनाना उनका काम है, हमारा काम नहीं है। वही कह रहा हूँ, हम तो टैक्स दे रहे हैं जी, हम तो टैक्स दे रहे हैं जी। जब सरकारें आप लोग बनाते हो तो तब भी आपके पास आपके द्वार आती हैं सरकारें, कैंडिडेट आते हैं ना, आते हैं, आप वोट भी डालते हो, फिर आपका काम क्यों नहीं हो रहा? क्या कहना चाहेंगे? ਦੇਖੋ ਦੋ ਗੱਲਾਂ ਨੇ ਜੀ। ਇੱਕ ਤਾਂ ਜਿਹੜੀ ਗੱਲ ਕਰ ਰਹੇ ਆਪਾਂ ਵੀ ਸਰਕਾਰਾਂ ਦੀ ਗੱਲ ਕਰਦੇ ਆ, ਇਹੀ ਇੱਕ ਸਭ ਤੋਂ ਵੱਡਾ ਡਰਾਬੈਕ ਹੈ, ਕਿਉਂਕਿ ਜਿਹੜੇ ਸਾਡੇ ਇੱਥੇ ਫੋਕਲ ਪੁਆਇੰਟ ਦੇ ਵਿੱਚ ਕੋਈ ਕਾਉਂਸਲਰ ਜਿਹੜੇ ਨੇ ਉਹ ਸਾਰੇ ਬਾਹਰਲੇ ਨੇ, ਹੈ ਨਾ। ਫੋਕਲ ਪੁਆਇੰਟ ਦੇ ਵਿੱਚ ਇਹੀ ਇੱਕ ਵੱਡੀ ਪ੍ਰੋਬਲਮ ਚੱਲੀ ਆ ਰਹੀ ਹੈ ਵੀ ਜਿਹੜੇ ਵੀ ਵਾਰਡਸ ਹੈ ਉਹਨਾਂ ਦੇ ਵਿੱਚ ਸਾਡੀ ਵੋਟਾਂ ਨਹੀਂ ਹੈ। ਸਾਰੇ ਇਹਦੇ ਵਿੱਚ MLA MPs ਆਉਂਦੇ ਨਾ, MLAs MPs ਆਉਂਦੇ ਹੈ, ਬਟ ਉਹ ਦੇਖੋ ਉਹ ਆਪਣਾ ਕੰਮ ਕਰਦੇ ਆ। ਸੜਕਾਂ ਬਣੀਆਂ ਨੇ, ਅਸੀਂ ਬੜੇ ਥੈਂਕਫੁਲ ਹਾਂ। 35 ਕਰੋੜ ਰੁਪਏ ਨਾਲ ਸੜਕਾਂ ਬਣੀਆਂ, ਹੋਰ 30-35 ਕਰੋੜ ਰੁਪਏ ਖਰਚਣ ਜਾ ਰਹੇ ਹੈ। ਇਹ ਸੜਕਾਂ ਐਕਚੁਅਲੀ PSIC ਹੀ ਬਣਵਾ ਰਹੀ ਹੈ। PSIC ਨੇ ਹੀ ਆਪਣਾ ਡਿਊਟੀ ਪੂਰੀ ਕੀਤੀ ਹੈ। ਕਾਰਪੋਰੇਸ਼ਨ ਦਾ ਰੋਲ ਥੋੜਾ ਘੱਟ ਰਿਹਾ ਵਾ। ਅਸੀਂ ਗੱਲ ਕਰਦੇ ਹਾਂ ਜੀ, ਦੇਖੋ ਅਸੀਂ ਜਦ ਮੇਨਟੇਨੈਂਸ ਦੀ ਗੱਲ ਕਰਦੇ ਹਾਂ, ਸਰਕਾਰ ਕਹਿੰਦੀ ਜੀ SPV ਫਾਰਮ ਕਰ ਲਓ। ਅਸੀਂ ਇੱਕ ਚੀਜ਼ ਇਹਨਾਂ ਨੂੰ ਚੀਫ ਸੈਕਟਰੀ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਕਿ ਜਦੋਂ ਤੁਸੀਂ ਸਾਨੂੰ ਜਗ੍ਹਾ ਅਲਾਟ ਕੀਤੀ, PSIC ਨੇ ਪਲਾਟ ਅਲਾਟ ਕੀਤੇ, ਲੀਜ਼ ਡੀਡ ਦਿੱਤੀ, ਉਹਦੇ 'ਚ ਕਿਤੇ ਥੋੜੀ ਲਿਖਿਆ ਸੀਗਾ ਕਿ ਮੇਨਟੇਨੈਂਸ ਵਿਲ ਬੀ ਡਨ ਬਾਈ SPV। ਉੱਥੇ ਉਹਨਾਂ ਨੇ, ਸਰਕਾਰ ਨੇ ਸਾਨੂੰ ਅਸ਼ੋਰੈਂਸ ਦਿੱਤੀ ਸੀ ਕਿ ਅਸੀਂ ਤੁਹਾਨੂੰ ਬਿਜਲੀ, ਪਾਣੀ, ਸੀਵਰ ਪ੍ਰੋਵਾਈਡ ਕਰਾਂਗੇ ਔਰ ਤੁਹਾਡਾ ਪੂਰਾ ਖਿਆਲ ਰੱਖਾਂਗੇ, ਮੇਨਟੇਨੈਂਸ ਤੁਹਾਨੂੰ ਪ੍ਰੋਪਰ ਫੈਸਿਲਿਟੀਜ਼ ਦੇਵਾਂਗੇ। ਅੱਜ 25-30 ਸਾਲ ਬਾਅਦ ਅਸੀਂ ਜਦੋਂ ਗੱਲ ਕਰਦੇ ਹਾਂ ਮੇਨਟੇਨੈਂਸ ਦੀ, ਉਹ ਕਹਿੰਦੇ SPV ਫਾਰਮ ਕਰੋ, ਸੁਸਾਇਟੀ ਬਣਾਓ, ਖੁਦ ਕਰ ਲਓ। ਤਾਂ ਸਾਡਾ ਕੰਮ ਇੰਡਸਟਰੀ ਚਲਾਉਣਾ ਹੈ, ਆਪਣੇ ਹੋਰ ਮੁੱਦਿਆਂ ਨੂੰ ਤੇ ਧਿਆਨ ਦੇਣਾ, ਨਾ ਕਿ ਰੱਖ ਰਖਾਵ ਸਰਕਾਰ ਦਾ ਆਪਣਾ ਕਰਨਾ। ਤੇ ਅਸੀਂ ਉਹਦੇ ਬਾਰੇ ਸਰਕਾਰ ਨੂੰ ਬਾਰ-ਬਾਰ ਇਹੀ ਅਸੀਂ ਯਾਦ ਕਰਾਉਂਦੇ ਹਾਂ ਵੀ ਸਾਡਾ ਕੰਮ ਇਹ ਨਹੀਂ ਹੈ। ਪੰਜਾਬ ਸਰਕਾਰ ਦੀ ਗੱਲ ਕਰੀਏ, CM ਭਗਵੰਤ ਮਾਨ ਇੰਡਸਟਰੀ, ਪੂਰੇ ਦੇਸ਼ ਦੀ ਇੰਡਸਟਰੀ ਨੂੰ ਇਨਵਾਈਟ ਕਰ ਰਹੀ ਹੈ ਵੀ ਇੱਥੇ ਪੰਜਾਬ ਦੇ ਵਿੱਚ ਇੰਡਸਟਰੀ ਲਾਈ ਜਾਏ, ਇੰਡਸਟਰੀ ਨੂੰ ਪ੍ਰੋਤਸਾਹਿਤ ਵੀ ਕਰ ਰਹੀ ਹੈ।
ਕਿ ਦੂਜੇ ਪਾਸੇ ਵਿਰੋਧੀ ਲੋਕ ਇਹ ਕਹਿ ਰਹੇ ਵੀ ਇੰਡਸਟਰੀ ਨੂੰ ਤੋੜਤਾ ਜਾਏ, ਇੰਡਸਟਰੀ ਦੀ ਹੀ ਜ਼ਿੰਮੇਦਾਰ ਆ, ਇਹ ਲੋਕਾਂ ਦੀ ਮੌਤ ਦੇ ਕਾਰਨ ਬਣਦੇ ਨੇ। ਕੀ ਇੰਡਸਟਰੀ ਲੋਕਾਂ ਦੇ ਮੌਤ ਦੇ ਕਾਰਨ ਬਣਦੀ ਹੈ ਕਿ ਜਾਂ ਫਿਰ ਜਿਹੜੀ ਬਾਹਰਲੀ ਇੰਡਸਟਰੀ ਉਹ ਲਿਆਣੀ ਚਾਹੀਦੀ ਆ? ਦੋ ਪੱਖ ਹੋ ਗਏ, ਦੱਸੋ ਕੀ ਕਹਿਣਾ। ਇੰਡਸਟਰੀ ਦੇ ਪੱਖ ਨਾਲ ਦੇਖੀਏ ਤਾਂ ਚਾਹੇ ਉਹ ਸਟੇਟ ਦਾ ਮਸਲਾ ਹੋਵੇ, ਚਾਹੇ ਦੇਸ਼ ਦਾ ਮਸਲਾ ਹੋਵੇ, ਤੇ ਜਿੰਨਾ ਰੈਵਨਿਊ ਕ੍ਰੀਏਟ ਹੁੰਦਾ ਵੈ ਉਹ ਸਾਰਾ ਇੰਡਸਟਰੀ ਦੇ ਦੁਆਰਾ ਹੀ ਹੁੰਦਾ ਵੈ। ਔਰ ਆਪਾਂ ਦੇਖਿਆ ਹੋਊਗਾ, ਚਾਹੇ ਕੇਂਦਰ ਦੀ ਭਾਜਪਾ ਸਰਕਾਰ ਹੈ, ਚਾਹੇ ਪੰਜਾਬ ਦੀ ਆਪ ਦੀ ਸਰਕਾਰ ਹੈ, ਉਹ ਇੰਡਸਟਰੀ ਨੂੰ ਇਸੀ ਕਰਕੇ ਪ੍ਰੋਤਸਾਹਨ ਦੇ ਰਹੀ ਹੈ ਕਿ ਸਾਨੂੰ ਜਿੰਨੀ ਇੰਡਸਟਰੀ ਵਧੇਗੀ ਉਨਾ ਹੀ ਜਿਹੜਾ ਹੈ ਰੈਵਨਿਊ ਕ੍ਰੀਏਟ ਹੋਏਗਾ ਉੱਥੇ। ਇਹ ਅੱਛੀ ਗੱਲ ਹੈ। ਮਾਨ ਸਾਹਿਬ ਜਿਹੜੇ ਹੈ ਬਾਹਰਲੇ ਪ੍ਰਦੇਸ਼ਾਂ 'ਚ ਜਾ ਕੇ ਜਾਂ ਦੇਸ਼ਾਂ ਦੂਸਰੇ ਵਿਦੇਸ਼ਾਂ 'ਚ ਜਾ ਕੇ ਇੰਡਸਟਰੀ ਨੂੰ ਇਨਵਾਈਟ ਕਰ ਰਹੇ ਆ। ਜਿੰਨੀ ਇੰਡਸਟਰੀ ਇੱਥੇ ਆਏਗੀ ਲੁਧਿਆਣੇ ਨੂੰ, ਪੰਜਾਬ ਨੂੰ, ਸਾਡਾ ਉਨਾ ਹੀ ਵਧੀਆ ਫਾਇਦਾ ਹੋਏਗਾ। ਲੇਕਿਨ ਜਿੱਥੇ ਉਹ ਨਵੀਂ ਇੰਡਸਟਰੀ ਨੂੰ ਉਹ ਬੁਲਾ ਰਹੇ ਨੇ, ਉੱਥੇ ਜਿਹੜੀ ਆਲਰੇਡੀ ਇੰਡਸਟਰੀ ਲੱਗੀ ਹੋਈ ਹੈ ਉਹਦਾ ਵੀ ਖਿਆਲ ਕਰਨਾ ਚਾਹੀਦਾ ਵੈ। ਆਪਾਂ ਜਿਹੜੇ ਆ ਫੋਕਲ ਪੁਆਇੰਟ ਦੇ ਵਿੱਚ ਡੈੱਡ ਲਾਈਨਾਂ ਜਿਹੜਾ ਪਾਰ ਕਰੀਏ, ਉਸ ਤੋਂ ਬਾਅਦ ਦੇਖੀਏ ਤੇ ਕਿਆ ਆਪਾਂ ਇਹ ਸੋਚ ਸਕਦੇ ਹਾਂ ਕਿ ਵੀ ਜਰਾ ਕਿ ਵੀ ਅਸੀਂ ਸਪੀਡ ਪਕੜਾਂਗੇ ਤੇ ਅਸੀਂ ਠੀਕ ਠਾਕ ਘਰ ਪਹੁੰਚ ਜਾਵਾਂਗੇ। ਇਹ ਜਿਹੜੀ ਅੱਜ ਦੀ ਸਰਕਾਰ ਹੈ ਉਸ ਨੂੰ ਇਸ ਗੱਲ ਦਾ ਖਿਆਲ ਕਰਨਾ ਚਾਹੀਦਾ ਹੈ ਕਿ ਜਿਸ ਪ੍ਰਕਾਰ ਦੇ ਨਾਲ ਪੰਜਾਬ ਨੂੰ, ਲੁਧਿਆਣੇ ਨੂੰ ਪੰਜਾਬ ਦੀ ਆਰਥਿਕ ਰਾਜਧਾਨੀ ਕਿਹਾ ਜਾਂਦਾ ਹੈ, ਇੱਥੇ ਜਿਸ ਪ੍ਰਕਾਰ ਦੇ ਨਾਲ ਰੈਵਨਿਊ ਕ੍ਰੀਏਟ ਹੁੰਦਾ ਵੈ, ਉਸੇ ਪ੍ਰਕਾਰ ਨਾਲ ਉਸੇ ਹਿਸਾਬ ਦੇ ਨਾਲ ਇੱਥੇ ਜਿਹੜੀਆਂ ਫੈਸਿਲਿਟੀਜ਼ ਵੀ ਸਾਨੂੰ ਮਿਲਣੀਆਂ ਚਾਹੀਦੀਆਂ ਸਾਨੂੰ। ਬਾਕੀ ਰਹਿ ਗਈ ਹਾਦਸੇ ਦੀ ਗੱਲ, ਇਹ ਬੜਾ ਇੱਕ ਮੰਦਭਾਗਾ ਹਾਦਸਾ ਹੈ, ਕੋਈ ਵੀ ਇਹਨੂੰ ਵਧੀਆ ਨਹੀਂ ਕਹਿ ਸਕਦਾ। ਜਿਹੜਾ ਮਰਨ ਵਾਲਾ ਵਿਅਕਤੀ ਹੈ ਉਹਦੇ ਲਈ ਸਾਡੀਆਂ ਸੰਵੇਦਨਾਵਾਂ ਹੈ, ਸਾਡਾ ਬਹੁਤ ਦੁੱਖ ਭਰਿਆ ਉਹਦੇ ਲਈ ਹੈ ਸਾਰਾ ਕੁਝ। ਲੇਕਿਨ ਜਿਸ ਪ੍ਰਕਾਰ ਦੇ ਨਾਲ ਪਹਿਲੇ ਦਿਨ ਹੀ ਗੱਲ ਚੱਲੀ ਕਿ ਇੰਡਸਟਰੀ ਜ਼ਿੰਮੇਦਾਰ ਹੈ ਜੀ, ਇੰਡਸਟਰੀ ਕਿਵੇਂ ਜ਼ਿੰਮੇਦਾਰ ਹੈ ਇਹਦੇ ਲਈ? ਤੁਸੀਂ ਦੇਖਿਆ ਹੋਊਗਾ ਕਿ ਕੋਈ ਆਪਾਂ ਮਕਾਨ ਬਣਾਉਣ ਲੱਗਦੇ ਆ, ਉੱਥੇ ਸਿਰਫ ਤੁਸੀਂ ਇੱਕ ਰੇਤਾ ਸਟਾ ਦਿਓ, ਬਸ ਇਕੱਲਾ ਕੁਛ ਨਾ ਸਟਾਓ, ਉੱਥੇ ਰੇਤਾ ਸਟਾ ਦਿਓ, ਨਾਲ ਦੀ ਨਾਲ ਕਾਰਪੋਰੇਸ਼ਨ ਦਾ ਇੰਸਪੈਕਟਰ ਆਉਂਦਾ ਵਾ, ਹਾਂਜੀ ਇੱਥੇ ਕੀ ਬਣ ਰਿਹਾ, ਨਕਸ਼ਾ ਦਿਖਾਓ। ਔਰ ਅਗਰ ਤੁਹਾਡੇ ਕੋਲ ਨਕਸ਼ਾ ਨਹੀਂ ਹੈਗਾ ਤਾਂ ਤੁਸੀਂ ਇੱਕ ਇੱਟ ਵੀ ਨਹੀਂ ਲਗਾ ਪਾਉਂਦੇ। ਤੇ ਇਹ ਕਿਵੇਂ ਹੋ ਸਕਦਾ ਵੀ ਇੰਡਸਟਰੀ ਨੇ ਪਾਣੀ ਛੱਡਤਾ ਔਰ ਕਾਰਪੋਰੇਸ਼ਨ ਦੇ ਅਫਸਰਾਂ ਦੇ ਵਿੱਚੋਂ ਗੱਲ ਧਿਆਨ 'ਚ ਨਹੀਂ ਆਈ ਉਹ ਗੱਲ? ਉਹ ਤਾਂ ਜਿੱਥੇ ਇਹ ਸਾਰੀਆਂ ਹੁਣ ਇਨਕੁਆਰੀਆਂ ਬਿਠਾਈਆਂ ਜਾ ਰਹੀਆਂ, ਜਿੱਥੇ ਉਹ ਇੰਡਸਟਰੀ ਦੇ ਉੱਤੇ ਫੋਕਸ ਕਰ ਰਹੇ ਹੈ, ਇਹਦੇ ਲਈ ਜਿਹੜੇ ਪਿਛਲੇ ਸਾਲ 2 ਸਾਲ ਤੋਂ ਜਿਹੜੇ ਕਾਰਪੋਰੇਸ਼ਨ ਦੇ ਨਾਲ ਸੰਬੰਧਿਤ ਅਫਸਰ ਨੇ, ਉਹਨਾਂ ਨੂੰ ਵੀ ਉਸ ਦਾਇਰੇ ਦੇ ਵਿੱਚ ਲਿਆ ਕੇ ਇਸ ਗੱਲ ਦੀ ਪੂਰੀ ਹੋਣੀ ਚਾਹੀਦੀ ਹੈ, ਇਨਕੁਆਰੀ ਹੋਣੀ ਚਾਹੀਦੀ ਹੈ। ਔਰ ਹਾਂ, ਜੇ ਉਹਦੇ ਲਈ ਜਿਹੜਾ ਜ਼ਿੰਮੇਦਾਰ ਬੰਦਾ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਇਸ ਦੇ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ ਹੈਗਾ। ਲੇਕਿਨ ਸਜ਼ਾ ਮਿਲਣੀ ਚਾਹੀਦੀ ਹੈ, ਲੇਕਿਨ ਉਹ ਸਾਰਾ ਜਿਹੜਾ ਹੈ ਇੰਡਸਟਰੀ ਦੇ ਉੱਤੇ ਪਾ ਦੇਣਾ ਇਹ ਗਲਤ ਹੈ। ਇੰਡਸਟਰੀ ਦੇ ਉੱਤੇ ਇੱਕਦਮ ਨਹੀਂ ਪਾਉਣਾ ਚਾਹੀਦਾ। ਇਹ ਜਿਹੜਾ ਇੰਡਸਟਰੀ ਤੇ ਗਾਜ ਗਿਰ ਰਹੀ ਹੈ, ਇਹ ਸਹੀ ਹੈ ਜਾਂ ਗਲਤ ਹੈ? ਮੈਂ ਥੋੜਾ ਜਿਹਾ ਨਾ ਡਿਫਰੈਂਟ ਪਰਸਪੈਕਟਿਵ ਨਾਲ ਲਵਾਂਗਾ ਇਹ ਗੱਲ ਨੂੰ। ਸਾਡੀ ਕੰਟਰੀ ਦੇ ਵਿੱਚ ਕੁਝ ਸੈਟ ਆਫ ਪੀਪਲ ਹੈਗੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਇਹਨੂੰ 5 ਟ੍ਰਿਲੀਅਨ ਇਕਨੋਮੀ ਬਣਾਉਣਾ, ਠੀਕ ਹੈ ਜੀ। ਕੁਝ ਸੈਟ ਆਫ ਪੀਪਲ ਹੈਗੇ ਨੇ ਜਿਹੜੇ ਕਹਿੰਦੇ ਨੇ ਅਸੀਂ ਇੰਡਸਟਰੀ ਤੋੜ ਦੇਣੀ ਹੈ। ਬੜੀ ਅਨਫੋਰਚੂਨੇਟ ਗੱਲ ਹੈ ਜੀ, ਕਿ ਨਾਮ ਕਹਿੰਦੇ ਸਾਨੂੰ ਇਹ ਨਹੀਂ ਪਤਾ ਸੀ ਕਰਨਾ ਕੀ ਹੈਗਾ। ਇਹ ਮੇਰਾ ਪਰਸਨਲ ਪਰਸਪੈਕਟਿਵ ਹੈ ਕਿ ਨਾਮ ਕਹਿੰਦੇ। ਔਰ 5 ਟ੍ਰਿਲੀਅਨ ਇਕਨੋਮੀ ਜੇ ਅਸੀਂ ਬਣਾਉਣੀ ਹੈ, ਜੇ 5 ਟ੍ਰਿਲੀਅਨ ਇਕਨੋਮੀ ਅਸੀਂ ਬਣਾਉਣੀ ਹੈ ਤਾਂ ਸਰ ਉਹ ਇੰਡਸਟਰੀ ਤੋੜ ਕੇ ਨਹੀਂ ਬਣੇਗੀ, ਉਹ ਵੱਡੇ ਵੱਡੇ ਇੰਡਸਟਰੀਅਲ ਸੈਟਅਪ ਲੱਗ ਕੇ ਬਣੇਗੀ, ਠੀਕ ਹੈ ਜੀ, ਜਿੱਥੋਂ ਇੰਪਲੋਇਮੈਂਟ ਜਨਰੇਸ਼ਨ ਹੋਏਗੀ। ਮੈਂ ਪਾਰਟਿਕੂਲਰ ਲੁਧਿਆਣਾ ਸ਼ਹਿਰ ਲਵਾਂ, ਇੱਥੇ ਸਿਰਫ ਬਿਜ਼ਨਸ ਇੱਕ ਐਸਾ ਹੈਗਾ, ਠੀਕ ਹੈ ਜੀ, ਅਸੀਂ ਉਹ ਇੰਡਸਟਰੀ ਵੀ ਤੋੜ ਦਾਂਗੇ ਤੇ ਕਿਵੇਂ ਯੂਥ ਨੂੰ ਇੰਪਲੋਇਮੈਂਟ ਮਿਲੇਗੀ? ਵੈਸੇ ਇੱਕ ਬੜਾ ਵੱਡਾ ਇੱਕ ਇਸ਼ੂ ਹੈ ਸਾਡਾ ਜੀ, ਜਿਹੜਾ ਯੂਥ ਮਾਈਗ੍ਰੇਟ ਕਰ ਰਿਹਾ, ਚਾਹੇ ਉਹ ਸਕਿਲਡ ਹੈ, ਚਾਹੇ ਉਹ ਪੜ੍ਹਿਆ ਲਿਖਿਆ ਹੈ, ਚਾਹੇ ਉਹ ਟੈਕਸੀ ਡਰਾਈਵਰ ਹੈ, ਚਾਹੇ ਉਹ ਕਮਰਸ਼ੀਅਲ ਵਹੀਕਲ ਹੈ, ਕੋਈ ਵੀ ਕਿ ਨਾਮ ਸਾਨੂੰ ਕੁਝ ਆਪਣੇ ਜਿਹੜਾ ਵਿਜ਼ਨ ਹੈ ਉਹ ਬੜਾ ਕਲੀਅਰ ਕਰਨਾ ਪਏਗਾ ਲਾਈਫ ਦਾ। ਕਿ ਇੰਡਸਟਰੀ ਨੂੰ ਕਿਹਾ ਜਾਂਦਾ ਜੀ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ। ਮੈਂ ਇੱਕ ਸੈਗਮੈਂਟ ਹੋਰ ਕਿਤੇ ਦੇਖਿਆ ਹੀ ਨਹੀਂ, ਨਾ ਉਹ ਬਿਊਰੋਕਰੇਟਸ ਤੇ ਐਪਲੀਕੇਬਲ ਹੁੰਦਾ, ਨਾ ਉਹ ਪੋਲੀਟੀਸ਼ੀਅਨਸ ਐਪਲੀਕੇਬਲ ਹੁੰਦਾ, ਉਹ ਸਿਰਫ ਇੰਡਸਟਰੀ ਤੇ ਐਪਲੀਕੇਬਲ ਹੁੰਦਾ। ਜਾਂ ਇੱਕ ਸਾਡਾ ਮਾਈਂਡ ਸੈਟ ਬਣ ਚੁੱਕਿਆ ਵੀ ਪਤਾ ਨਹੀਂ ਯਾਰ ਇੰਡਸਟਰੀ ਹੈ, ਇਹਨਾਂ ਨੇ ਇੰਡਸਟਰੀ ਲਗਾ ਲਈ ਹੈ ਵੀ ਇੱਥੇ ਸ਼ਾਇਦ ਨੋਟ ਕਿੰਨਾ ਕਹਿੰਦੇ ਜਨਰੇਸ਼ਨ ਦੀ ਮਸ਼ੀਨ ਵੀ ਬਣ ਜਾਂਦੀ ਹੈ। ਇੰਟਰਨਲੀ ਅਗਰ ਤੁਸੀਂ ਇੰਡਸਟਰੀ ਨੂੰ ਐਸ ਪਾਰਟਨਰ ਲੈ ਕੇ ਚੱਲੋਗੇ ਤਾਂ ਸ਼ਾਇਦ ਡਿਵੈਲਪਮੈਂਟ ਬਹੁਤ ਅੱਛੀ ਹੋਏਗੀ, ਬੜੀ ਕੰਕਰੀਟ ਹੋਏਗੀ, ਬੜੀ ਵੈਲ ਪਲੈਨਡ ਹੋਏਗੀ, ਬੜੀ ਸਿਸਟਮੈਟਿਕ ਹੋਏਗੀ। ਜੇ ਆਪਾਂ ਸਰਵੇ ਕਹਿ ਦਈਏ ਜੀ ਇੱਕ ਇਨਸੀਡੈਂਟ ਹੋਇਆ, ਪਹਿਲੇ ਤਾਂ ਬੜੀ ਨੌਨਸੈਂਸ ਹੈ ਟੂ ਬੀ ਵੈਰੀ ਓਨੈਸਟ ਕਿ ਨਾ ਕਹਿੰਦੇ। ਅੱਜ ਤੋਂ 4-5 ਸਾਲ ਪਹਿਲੇ ਇੱਕ ਇਨਸੀਡੈਂਟ ਹੋਇਆ ਸੀ ਜੀ ਕਿਦਵਾਈ ਨਗਰ 'ਚ, ਠੀਕ ਹੈ ਜੀ, ਬੜਾ ਹੂ ਐਂਡ ਕਰਾਈ ਰੇਜ਼ ਹੋਇਆ, ਅਸੀਂ ਇੱਦਾਂ ਕਰਾਂਗੇ ਜੀ, ਇੱਦਾਂ ਕਰਾਂਗੇ।
ਮੈਨੂੰ ਨਹੀਂ ਲੱਗਦਾ 5% ਵੀ ਕੁਝ ਗਵਰਨਮੈਂਟ ਨੇ ਕੋਈ ਸਟੈਪ ਅਪ ਕੀਤਾ ਹੋਏਗਾ ਜਾਂ ਕੋਈ ਇਨੀਸ਼ੀਏਟਿਵ ਲਿੱਤਾ ਹੋਏਗਾ। ਦਿੱਕਤ ਕੀ ਹੈ ਜੀ, ਕੋਈ ਐਸਾ ਇਨਸੀਡੈਂਟ ਜਦੋਂ ਹੋ ਜਾਂਦਾ ਤੇ ਉਦੋਂ ਸਾਡੀਆਂ ਅੱਖਾਂ ਖੁੱਲਦੀਆਂ ਤੇ ਅਸੀਂ ਪਿੱਛਾ ਕੰਮ ਕੀਤਾ ਕੋਈ ਨਹੀਂ ਹੁੰਦਾ ਤੇ ਸਾਨੂੰ ਬੜਾ ਆਸਾਨ ਹੈ ਜੀ ਇੰਡਸਟਰੀ ਨੂੰ ਸਕੇਪਗੋਟ ਬਣਾ ਦਿਓ। ਤਾਂ ਬੀਇੰਗ ਐਨ ਇੰਡਸਟਰੀਲਿਸਟ ਮੈਂ ਤਾਂ 1% ਕੀ ਮੈਂ 0.00% ਵੀ ਸਹਿਮਤ ਨਹੀਂ ਹੈਗਾ ਕਿ ਨਾ ਕਹਿੰਦੇ, ਚਾਹੇ ਉਹ MP ਰਵਨੀਤ ਬਿੱਟੂ ਜੀ ਨੇ ਗੱਲ ਕਹੀ ਹੈ ਜਾਂ ਨਹੀਂ ਕਹੀ, ਕਿਨਾ ਕਹਿੰਦੇ। ਥੈਂਕ ਯੂ ਜੀ। मैं अतुल महाजन। देखो मेरा ये कहना है कि आप इंडस्ट्री लगाने तो और हर इंडस्ट्री कहते हैं कि इकोनॉमी की बैकबोन होंगी है। इंडस्ट्री ग्रो करेगी तो कंट्री ग्रो करेगा, जो जनरल फार्मूला है। तो आप कोई चीज़ घर च लियाने आप AMC कराने। सिमिलरली असी जगह लैने मशीनां लगाने इंडस्ट्री चलाने एज AMC असी कोई गौरमेंट को आप टैक्स देने। गौरमेंट की कर रही है, उसका रोल की हैगा, और हर डिपार्टमेंट अपना अपना रोल सही प्ले करेगा तो ऐसे इंसिडेंट कभी होंगे ही नहीं। इनू टाइम लगेगा पर शुरुआत करनी पेगी। वो कदों होएगी इस बारे अपन को पता नहीं है। इस तरह आप इकट्ठे हो गए अगर मीटिंग करांगे, वॉइस रेस करांगे, हो सकता आने वाले टाइम कोई ना कोई हल निकले, ਇਹਦਾ इंतजार रहेगा। हाँ जी, सत श्री अकाल जी, मैं गगनीश खुराना। हाँ जी खुराना जी, ਤੁਹਾਡਾ ਕੀ ਵਿਚਾਰ ਹੈ? ਇਹ ਤੁਸੀਂ ਸਾਰਾ ਸੁਣ ਵੀ ਲਿਆ ਹੁਣ ਆਪਣੇ ਮੈਂਬਰਾਂ ਨੂੰ ਵੀ, ਲੇਕਿਨ ਜੋ ਇਸ ਵੇਲੇ ਸਰਕਾਰ ਕਰ ਰਹੀ ਹੈ ਕਿ ਸਰਕਾਰ ਪਿਛਲੀਆਂ ਸਮੇਂ ਦੀਆਂ ਸਰਕਾਰਾਂ ਤਾਂ ਤੁਸੀਂ ਇੰਡਸਟਰੀ ਹਮੇਸ਼ਾ ਹੀ ਡਿਮਾਂਡ ਕਰਦੀ ਆਈ ਆ। ਕਦੀ ਫੋਕਲ ਪੁਆਇੰਟ ਦੀਆਂ ਸੜਕਾਂ ਬਣ ਗਈਆਂ, ਕਦੀ ਟੁੱਟ ਗਈਆਂ। ਹੋਰ ਵੀ ਇੰਡਸਟਰੀ ਏਰੀਆ ਕੋਈ ਮਿਕਸ ਲੈਂਡ ਯੂਜ਼ ਦਾ ਮਾਮਲਾ ਬਹੁਤ ਇਸ ਵੇਲੇ ਵਖ ਰਿਹਾ। ਇਸ ਹਾਦਸੇ ਬਾਰੇ ਕੀ ਕਹਿਣਾ ਚਾਹੋਗੇ ਵੀ ਇੰਡਸਟਰੀ ਜ਼ਿੰਮੇਵਾਰ ਹੈ ਕਿ ਨਹੀਂ ਹੈ, ਔਰ ਸਰਕਾਰ ਕਿੱਥੇ ਕਿੱਥੇ ਜ਼ਿੰਮੇਵਾਰ ਆ? ਸਰ ਮੈਂ ਤੁਹਾਨੂੰ ਪਹਿਲਾਂ ਜਿਹੜੀ ਆਪਣੀ ਘਟਨਾ ਹੋਈ ਹੈ ਉਹਦੇ ਲਈ ਤਾਂ ਸਭ ਤੋਂ ਪਹਿਲੇ ਤਾਂ ਅਸੀਂ ਬਹੁਤ ਜ਼ਿਆਦਾ ਸ਼ੋਕ ਵਿੱਚ ਹਾਂ। ਸੈਕੰਡਲੀ ਕੌਣ ਜ਼ਿੰਮੇਵਾਰ ਹੈ, ਇਹ ਸਵਾਲ ਹਾਲੇ ਬਹੁਤ ਜਲਦੀ ਹੈ। ਜਿਹੜੇ ਬੰਦੇ ਇਹ ਕਿਆਸ ਲਗਾ ਰਹੇ ਨੇ ਵੀ ਇਹ ਜ਼ਿੰਮੇਵਾਰ ਹੈ ਜਾਂ ਇਹ ਜ਼ਿੰਮੇਵਾਰ ਨਹੀਂ ਹੈ, ਉਹ ਐਕਚੁਅਲੀ ਕਨਫਿਊਜ਼ਨ ਕ੍ਰੀਏਟ ਕਰ ਰਹੇ ਨੇ। ਜਦੋਂ ਹੁਣ ਸੈਂਟਰਲ ਏਜੰਸੀਜ਼ ਜਿਵੇਂ NDRF NGT ਦੇ ਸੰਗਿਆਨ ਵਿੱਚ ਵੀ ਆ ਗਿਆ, ਆਪਣੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਲੱਗੀ ਹੈ, ਡਿਸਟ੍ਰਿਕਟ ਪੁਲਿਸ ਲੱਗੀ ਹੈ, ਤਾਂ ਆਪਾਂ ਨੂੰ ਪਹਿਲੇ ਇਨਵੈਸਟੀਗੇਸ਼ਨ ਨੂੰ ਪੂਰਾ ਹੋ ਲੈਣ ਦੇਣਾ ਚਾਹੀਦਾ। ਉਸ ਤੋਂ ਬਾਅਦ ਆਪਾਂ ਨੂੰ ਇਸ ਮੁੱਦੇ ਤੇ ਆਉਣਾ ਚਾਹੀਦਾ ਕੌਣ ਜ਼ਿੰਮੇਵਾਰ ਹੈ ਕਿ ਨਹੀਂ ਹੈ। ਕਿਉਂਕਿ ਜੇ ਆਪਾਂ 45,000 ਤੋਂ ਵੱਧ ਇੰਡਸਟਰੀਜ਼ ਰਜਿਸਟਰਡ ਨੇ ਆਪਣੇ ਡਿਸਟ੍ਰਿਕਟ ਇੰਡਸਟਰੀ ਸੈਂਟਰ ਦੇ ਵਿੱਚ, ਜੇ ਇੱਕ ਅੱਧੀ ਬਲੈਕ ਸ਼ੀਪ ਹੋਏਗੀ ਵੀ ਤੇ ਆਪਾਂ ਪੂਰੀ ਇੰਡਸਟਰੀ ਕਮਿਊਨਿਟੀ ਨੂੰ ਕਹਿ ਨਹੀਂ ਸਕਦੇ ਵੀ ਇਹ ਜ਼ਿੰਮੇਵਾਰ ਹੈ। ਵੀ ਸ਼ੁੱਡ ਵੇਟ ਫॉर द ਇਨਵੈਸਟੀਗੇਸ਼ਨ ਟੂ ਬੀ ਕੰਪਲੀਟਡ, ਉਸ ਤੋਂ ਬਾਅਦ ਅਸੀਂ ਜ਼ਿੰਮੇਵਾਰੀ ਤੇ ਆਵਾਂਗੇ। ਸੈਕੰਡਲੀ ਜਿਹੜੀ ਪੁਆਇੰਟ ਤੇ ਮੈਂ ਗੱਲ ਕਰਨਾ ਚਾਹੁੰਦਾ, ਇੱਕ ਛੋਟਾ ਜਿਹਾ ਐਗਜ਼ਾਮਪਲ ਹੈਗਾ। ਇੰਗਲਿਸ਼ ਵਿੱਚ ਕਹਾਵਤ ਵੀ ਹੈ, ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਹੁਣ 8 ਫੇਜ਼ ਹੈ ਸਾਡਾ ਉੱਥੇ। 8 ਫੇਜ਼ 1992 ਦੇ ਵਿੱਚ ਕੱਟਿਆ ਗਿਆ ਤੇ PSIC ਨੇ ਉੱਥੇ ਕਿਹਾ ਵੀ ਇੱਥੇ ਤੁਹਾਨੂੰ ਅਮੈਨਿਟੀਜ਼ ਦੇਵਾਂਗੇ, ਜਿਵੇਂ ਪੁਲਿਸ ਸਟੇਸ਼ਨ ਦੇਵਾਂਗੇ, ਫਾਇਰ ਬ੍ਰਿਗੇਡ ਦੇਵਾਂਗੇ, ਮੇਨਟੇਨੈਂਸ ਸੈਂਟਰ ਦੇਵਾਂਗੇ, XYZ। ਦੇਰ 13 ਅਮੈਨਿਟੀਜ਼ ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤੀਆਂ ਤੇ ਸਾਡੇ ਇੰਡਸਟਰੀਜ਼ ਭਰਾ ਜਿਹੜੇ ਉਹਨਾਂ ਨੇ ਉੱਥੇ ਜਾ ਕੇ ਪਲਾਟ ਲਏ, ਉਹਨਾਂ ਨੇ ਇੰਡਸਟਰੀ ਡਿਵੈਲਪ ਕੀਤੀਆਂ। ਕਿੰਨੀ ਦੇਰ ਦੀ ਗੱਲ ਹੈ? 1992 ਦੀ। 92 ਤੋਂ ਹੁਣ ਤੱਕ 30 ਸਾਲ ਤੋਂ ਉੱਤੇ ਹੋ ਗਿਆ ਜੀ। ਕਿੰਨੀ ਫੈਸਿਲਿਟੀ ਮਿਲੀ ਤੁਹਾਨੂੰ? ਕਿੰਨਾ ਇਨਫਰਾਸਟ੍ਰਕਚਰ ਡਿਵੈਲਪ ਹੋਇਆ? ਕੋਈ ਫੈਸਿਲਿਟੀ ਨਹੀਂ ਮਿਲੀ। ਮੈਂ ਉਸੇ ਗੱਲ ਤੇ ਆ ਰਿਹਾ। ਉੱਥੇ ਜਿਵੇਂ ਉਹਨਾਂ ਨੇ ਫਾਇਰ ਬ੍ਰਿਗੇਡ ਸਟੇਸ਼ਨ ਇੱਕ ਪ੍ਰੋਮਿਸ ਕੀਤਾ, ਕੱਲ ਨੂੰ ਖੁਦਾ ਨਾ ਖਾਸਤਾ ਇੰਡਸਟਰੀ ਵਿੱਚ ਅੱਗ ਲੱਗ ਜਾਂਦੀ ਹੈ, ਤੁਸੀਂ ਕਹੋਗੇ ਜੀ ਇਹ ਜ਼ਿੰਮੇਵਾਰ ਹੈ, ਇਹ ਜ਼ਿੰਮੇਵਾਰ ਹੈ। ਤੁਸੀਂ ਰੂਟ ਕਾਜ਼ ਤੇ ਕਿਉਂ ਨਹੀਂ ਜਾਂਦੇ? ਜਿੱਥੇ ਉੱਥੇ ਫਾਇਰ ਬ੍ਰਿਗੇਡ ਸਟੇਸ਼ਨ ਐਲੋਕੇਟ ਕੀਤਾ ਗਿਆ, ਉਹਦਾ ਬਜਟ ਐਲੋਕੇਟ ਕੀਤਾ ਗਿਆ, ਤੇ ਉੱਥੇ ਇੰਸਟਾਲ ਕਿਉਂ ਨਹੀਂ ਕੀਤਾ ਗਿਆ? ਆਪਾਂ ਬਾਅਦ ਵਿੱਚੋਂ ਲਕੀਰ ਪਿੱਟਦੇ ਹਾਂ ਜਦੋਂ ਸੱਪ ਨਿਕਲ ਜਾਂਦਾ, ਤੇ ਅਸੀਂ ਪਹਿਲੇ ਸਟਾਰਟਿੰਗ ਦੇ ਵਿੱਚ ਕਿਉਂ ਨਹੀਂ ਉਹਨੂੰ ਕਰਦੇ? ਆਪਾਂ ਕਾਰਪੋਰੇਸ਼ਨ ਨੂੰ ਕਹਿ ਰਹੇ ਵੀ ਕਾਰਪੋਰੇਸ਼ਨ ਵਾਲੇ ਕਹਿੰਦੇ ਵੀ ਅਸੀਂ ਕਰਦੇ ਹਾਂ, ਇਹ ਕਰਦੇ ਹਾਂ, ਉਹ ਕਰਦੇ ਹਾਂ। ਕਾਰਪੋਰੇਸ਼ਨ ਵਾਲੇ ਨੂੰ ਮੈਂ RTI ਦੇ ਵਿੱਚ ਪੁੱਛਿਆ ਵੀ ਜਿਹੜੀ ਉਹਨਾਂ ਦੀ F&CC ਕਮੇਟੀ ਹੈ, ਜਿਹੜੀ ਇਹਨਾਂ ਦਾ ਬਜਟ ਐਲੋਕੇਟ ਕਰਦੀ ਹੈ ਹਰ ਸਾਲ 2000 ਕਰੋੜ ਦੇ ਕਰੀਬ ਬਜਟ ਹੁੰਦਾ ਲੁਧਿਆਣੇ ਦਾ, ਉਹਦੇ ਵਿੱਚ ਫੋਕਲ ਪੁਆਇੰਟ ਦਾ ਸ਼ੇਅਰ ਕਿੰਨਾ ਹੁੰਦਾ? ਉਹਨਾਂ ਕੋਲ ਕੋਈ ਜਵਾਬ ਹੀ ਨਹੀਂ ਆਉਂਦਾ। ਫੋਕਲ ਪੁਆਇੰਟ ਵਾਸਤੇ ਕਿੰਨਾ ਅਸੀਂ ਫੋਕਲ ਪੁਆਇੰਟਸ ਦੇ ਵਿੱਚ ਮਤਲਬ ਇੰਨੀ ਮੁਸ਼ਕਿਲਾਂ ਨਾਲ ਆਪਣੇ ਕੰਮ ਛੱਡ ਕੇ, ਇਹ ਜਿਹੜੇ ਇੱਥੇ ਸਾਰੇ ਮਹਾਨੁਭਾਵ ਬੈਠੇ ਹੋਏ ਨੇ, ਆਪਣੀਆਂ ਫੈਕਟਰੀਆਂ ਛੱਡ ਕੇ ਉੱਥੇ ਗੇੜੇ ਲਗਾਉਣ ਜੋਗੇ ਨੇ। ਉਹਨਾਂ ਦੇ ਡੇਲੀ ਦਰ ਤੇ ਜਾਂਦੇ ਨੇ, ਭਾਈ ਸੀਵਰੇਜ ਵਾਲਾ ਭੇਜ ਦਿਓ, ਭਾਈ ਪਾਣੀ ਠੀਕ ਕਰਾ ਦਿਓ, ਭਾਜੀ ਤੁਹਾਡੀ ਪਾਣੀ ਦੀ ਮੋਟਰ ਖਤਮ ਹੈ। ਵਾਈ ਨਾਟ ਦਾ ਸਿਸਟਮ ਇਜ਼ ਰਨਿੰਗ ਆਟੋਮੈਟਿਕਲੀ? ਸਾਨੂੰ ਆਪਣਾ ਕੰਮ ਕਰਨ ਦਈਏ, ਕਿਉਂਕਿ ਦੇਸ਼ ਦੀ ਜਿਹੜੀ ਇਕਨੋਮੀ ਹੈ ਜਾਂ ਐਗਰੀਕਲਚਰ ਨਾਲ ਚੱਲੇਗੀ ਜਾਂ ਇੰਡਸਟਰੀ ਨਾਲ ਚੱਲੇਗੀ। ਬਿਲਕੁਲ, ਦੇਸ਼ ਦੀ ਇਕਨੋਮੀ ਇੰਡਸਟਰੀ ਨਾਲ ਜਾਂ ਐਗਰੀਕਲਚਰ ਨਾਲ ਚੱਲੇਗੀ। ਕਿੱਥੇ ਤੱਕ ਸਹਿਮਤ ਹੋ? ਐਤਵੇਂ ਆਪਣੇ ਇੱਕ ਗੱਲ ਬਹੁਤ ਜ਼ਰੂਰੀ ਹੈ, ਤੁਸੀਂ ਬਾਕੀ ਵੀ ਬਰੀਫ ਕਰ ਦੇਣਾ। ਜਿਸ ਤਰ੍ਹਾਂ ਨੇ ਗੱਲ ਕੀਤੀ 50,000 ਦੇ ਲਗਭਗ ਫੈਕਟਰੀ ਐਗਜ਼ਿਸਟ ਕਰ ਰਹੀ ਹੈ। ਹਾਲਾਂਕਿ ਸਰਕਾਰ ਹਾਲੇ ਹੋਰ ਵੱਡੀਆਂ ਇੰਡਸਟਰੀਆਂ ਨੂੰ ਇੱਥੇ ਲਿਆਉਣਾ ਚਾਹੁੰਦੀ ਆ।
ਹਜੇ ਤੱਕ ਲੋਕਾਂ ਨੇ ਦੱਸੋ, ਇੱਕ ਇੰਡਸਟਰੀ 'ਚ ਲਗਭਗ ਐਵਰੇਜ ਲਾਈਏ 50 ਤੋਂ 100 ਵੱਡੀਆਂ ਇੰਡਸਟਰੀਆਂ 'ਚ 500 1000 2000 ਬੰਦਾ, ਕਿੰਨੇ ਲੇਬਰ ਨੂੰ ਤੁਸੀਂ ਇੰਪਲੋਇਮੈਂਟ ਦੇ ਰਹੇ ਹੋ? ਦੇਖੋ, ਪੰਜਾਬ ਦੀ ਇੰਡਸਟਰੀ ਬੇਸਿਕਲੀ SSI ਤੇ MSME ਤੇ ਨਿਰਭਰ ਹੈ। ਵੱਡੇ ਯੂਨਿਟ ਵੀ ਆਣੇ ਬਹੁਤ ਜ਼ਰੂਰੀ ਨੇ। ਇਹਨਾਂ ਸਾਰਿਆਂ ਦੇ ਨਾਲ ਰਲ ਕੇ ਹੀ ਤਰੱਕੀ ਪੋਸੀਬਲ ਹੈ ਔਰ ਇੱਥੋਂ ਹੀ ਰੈਵਨਿਊ ਜਨਰੇਟ ਹੋਣਾ ਹੈ। ਔਰ ਸਾਰਿਆਂ ਦਾ ਤਾਲਮੇਲ ਜੇ ਆਪਸ ਵਿੱਚ ਬੈਠ ਕੇ, ਸਰਕਾਰ ਦੇ ਨਾਲ ਬੈਠ ਕੇ ਸਿਸਟਮ ਇੱਕ ਬਣਾ ਦਿੱਤਾ ਜਾਊਗਾ ਤਾਂ ਆਉਣ ਵਾਲੇ ਆਪਾਂ 5 10 15 ਸਾਲਾਂ 'ਚ ਦੇਖਾਂਗੇ ਆਪਾਂ ਕਿਤੇ ਦੇ ਕਿਤੇ ਜਾ ਸਕਦੇ ਹਾਂ। ਇਸੇ ਵਾਸਤੇ ਸਾਨੂੰ ਸਾਰੀਆਂ ਪੋਸੀਬਿਲਿਟੀਜ਼ ਐਕਸਪਲੋਰ ਕਰਕੇ ਆਪਸ ਵਿੱਚ ਤਾਲਮੇਲ ਸਾਰੇ ਸੰਗਠਨਾਂ ਦਾ ਬਣਾ ਕੇ ਚੱਲਣਾ ਪਏਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਪਏਗਾ। ਤੁਹਾਨੂੰ ਲੱਗਦਾ ਵੀ ਜਿਹੜੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਇੰਡਸਟਰੀ ਨਾਲ ਬੈਠਦੀਆਂ ਨਹੀਂ, ਤਾਲਮੇਲ ਨਹੀਂ ਬਣਾਉਂਦੀਆਂ, ਉਸ ਤੋਂ ਬਾਅਦ ਇਹ ਜਿਹੜਾ ਪਹੀਆ ਹੈ ਉੱਦਾਂ ਹੀ ਚੱਲਦਾ? This is the need of the hour. It should be done. It should be done. Otherwise ਇੱਕ ਦੂਜੇ ਤੇ ਬਲੇਮ ਗੇਮ ਚੱਲਦੀ ਰਹੇਗੀ, ਸਦਾ ਹੀ ਚੱਲਦੀ ਰਹੂਗੀ। ਕੋਈ ਹੈ ਤੁਹਾਡੇ ਕੋਲ ਲੌਜਿਕ ਰੈਮੇਡੀ ਕੋਈ ਕਿੱਦਾਂ ਹੋ ਸਕਦੀ ਹੈ? This is now or never. It should be done now. ਦੇਖੋ, ਇਹ ਜਿਹੜਾ ਹਾਦਸਾ ਹੋਇਆ ਇਹ ਸੱਚਮੁੱਚ ਬਹੁਤ ਹੀ ਦੁਰਭਾਗਿਆਪੂਰਨ ਹਾਦਸਾ ਹੈ। ਇਹ ਹਾਦਸੇ ਦੇ ਨਾਲ ਸੱਚਮੁੱਚ ਜਿਹੜੀਆਂ ਜਾਨ ਦਾ ਨੁਕਸਾਨ ਹੋਇਆ ਇਹ ਸਾਡੇ ਲਈ ਬਹੁਤ ਵੱਡੀ ਇੱਕ ਸੈਟਬੈਕ ਹੈ। ਔਰ ਤੁਸੀਂ ਇਹ ਦੇਖੋ ਵੀ ਜਿਹੜੀ ਉੱਥੇ ਦੀ ਲੇਬਰ ਉਹਦੇ ਲਈ ਵੀ ਸੈਟਬੈਕ ਹੈ। ਲੇਬਰ ਵੀ ਡੀਮੋਰਲਾਈਜ਼ ਹੁੰਦੀ ਹੈ ਵੀ ਸਾਨੂੰ ਇੱਥੇ ਸਾਡੀ ਜਾਨ ਜਿਹੜੀ ਹੈ ਉਹ ਮਹਿਫੂਜ਼ ਨਹੀਂ ਹੈ। ਤੇ ਬਾਕੀ ਰਹਿ ਗਈ ਸਰਕਾਰ ਦੀ ਗੱਲ ਕਿ ਸਰਕਾਰ, ਇਹ ਵਾਲੀ ਸਰਕਾਰ ਬੜੀ ਪ੍ਰੋਐਕਟਿਵ ਹੈ ਜੀ। ਸਰਕਾਰ ਇਜ਼ ਵੈਰੀ ਅਪਰੋਚੇਬਲ। ਅਸੀਂ ਅਗਰ ਆਪਣੀ ਗੱਲ ਕਰੀਏ ਤਾਂ ਸਾਡੀ ਐਸੋਸੀਏਸ਼ਨ ਨੇ ਪਿਛਲੇ 1 ਸਾਲ ਦੇ ਵਿੱਚ ਕਮ ਸੇ ਕਮ 6 ਜਾਂ 7 ਵਾਰ ਮੰਤਰੀ ਜੀ ਨਾਲ, ਚੀਫ ਸੈਕਟਰੀ ਸਾਹਿਬ ਨਾਲ, ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕੀਤੀ ਹੈ। ਜਿੰਨੇ ਸਾਡੇ ਮੁੱਦੇ ਆ ਉਹਨਾਂ ਨੇ ਬੜੇ ਪੇਸ਼ੈਂਸ ਨਾਲ ਸੁਣੇ ਹੈ ਔਰ ਉਹਨਾਂ ਦਾ ਹੱਲ ਵੀ ਕੱਢਿਆ। ਔਰ ਜਿੱਥੇ ਤੱਕ ਪੋਲਿਊਸ਼ਨ ਕੰਟਰੋਲ ਬੋਰਡ ਦੀ ਗੱਲ ਹੈ, ਜਿਹੜੇ ਸਾਡੇ ਚੇਅਰਮੈਨ ਸਾਹਿਬ, ਮੈਂਬਰ ਸੈਕਟਰੀ ਹੈ, ਜਿਹੜਾ ਸਾਡੇ ਬੋਰਡ ਹੈਗਾ, ਉਹ ਬੜਾ ਪ੍ਰੋਐਕਟਿਵਲੀ ਕੰਮ ਕਰ ਰਿਹਾ, ਲੋਕਾਂ ਨੂੰ ਜਾਗਰੂਕ ਵੀ ਕਰ ਰਿਹਾ। ਲੋਕਾਂ ਨੂੰ ਅਗਰ ਇਹ ਇੱਕ ਗਲਤ ਫਹਿਮੀ ਹੈ ਕਿ ਇੰਡਸਟਰੀ ਨੂੰ ਬੰਦ ਕਰਾਉਣ ਦਾ ਮੁੱਦਾ ਹੈ, ਸਰਕਾਰ ਇੰਡਸਟਰੀ ਨੂੰ ਚਾਹੁੰਦੀ ਨਹੀਂ। ਮੁੱਖ ਮੰਤਰੀ ਸਾਹਿਬ ਆਪ ਗਏ ਹੈ, ਫੋਰਨ ਵਿਜ਼ਿਟ ਤੇ ਜਾ ਕੇ ਆਏ ਨੇ। ਉੱਥੋਂ ਇਹ ਉਹਨਾਂ ਨੇ ਖੁਦ ਕਿਹਾ ਵੀ ਦੇਖੋ ਜਿਹੜੀ ਸਾਡਾ ਪੰਜਾਬ ਹੈ, ਜਿਹੜਾ ਸੂਬਾ ਹੈ, ਉਹ ਅੱਜ 20ਵੇਂ ਤੋਂ ਵੀ ਨੰਬਰ ਤੋਂ ਪਿੱਛੇ ਚਲਾ ਗਿਆ ਇੰਡੀਆ ਦੇ ਵਿੱਚ ਔਰ ਇਸ ਚੀਜ਼ ਨੂੰ ਉਹ ਮੰਨਦੇ ਨੇ। ਔਰ ਅਗਰ ਇਹਨੂੰ ਆਪਾਂ ਆਪਣੀ GDP ਨੂੰ, ਅਗਰ ਆਪਣੀ ਇਕਨੋਮੀ ਨੂੰ ਇੰਪਰੂਵ ਕਰ ਸਕਦੇ ਹਾਂ ਇਸ ਸੂਬੇ ਦੀ, ਤਾਂ ਉਹ ਇੰਡਸਟਰੀ ਨਾਲ ਹੀ ਕਰ ਸਕਦੇ ਹਾਂ। ਇਹ ਚੀਜ਼ ਮੁੱਖ ਮੰਤਰੀ ਸਾਹਿਬ ਇਹ ਚੀਜ਼ ਨੂੰ ਮੰਨਦੇ ਨੇ ਔਰ ਇਹਦੇ ਲਈ ਉਹਨਾਂ ਦਾ ਫੋਕਸ ਇੰਡਸਟਰੀ ਦੇ ਉੱਪਰ ਹੈ। ਵੱਡੇ ਪਲਾਂਟ ਜਿੱਦਾਂ ਆਪਾਂ ਦੇਖਿਆ ਆ ਰਹੇ ਨੇ, ਨਵੀਂ ਇਨਵੈਸਟਮੈਂਟ ਅਟਰੈਕਟ ਆਪਾਂ ਕਰ ਰਹੇ ਹਾਂ, ਉਸ ਦੇ ਨਾਲ ਜਿਹੜੀ ਮੌਜੂਦਾ ਇੰਡਸਟਰੀ ਹੈ ਉਹਨੂੰ ਪੂਰੀ ਜਿਹੜੀ ਸਹੂਲੀਅਤ ਹੈ ਪ੍ਰੋਵਾਈਡ ਕੀਤੀ ਜਾ ਰਹੀ ਹੈ। ਜਿੱਥੇ ਤੱਕ ਬਿਊਰੋਕ੍ਰੇਸੀ ਦੀ ਗੱਲ ਹੈ, ਅਗਰ ਅਸੀਂ ਜਿਨ੍ਹਾਂ ਲੋਕਾਂ ਨੇ, ਮੇਰੇ ਦੋਸਤਾਂ ਨੇ ਬਾਹਰ ਪੰਜਾਬ ਤੋਂ ਕੰਮ ਕੀਤਾ ਵਾ, ਜਿੱਦਾਂ ਹਰਿਆਣਾ 'ਚ ਕੰਮ ਕੀਤਾ ਹੈ ਜਾਂ ਰਾਜਸਥਾਨ 'ਚ ਕੰਮ ਕੀਤਾ ਹੈ, ਉਹ ਸਮਝਦੇ ਆ ਵੀ ਐਕਚੁਅਲੀ ਬਿਊਰੋਕਰੇਟਸ ਤੋਂ ਕੰਮ ਕਰਾਉਣਾ ਆਸਾਨ ਨਹੀਂ ਹੈ। ਸਹੀ ਮਾਇਨਿਆਂ 'ਚ ਪੰਜਾਬ ਦੇ ਵਿੱਚ ਸਿੰਗਲ ਵਿੰਡੋ ਸਿਸਟਮ ਹੈ। ਅਗਰ ਅਸੀਂ ਇਨਵੈਸਟ ਪੰਜਾਬ ਦੀ ਗੱਲ ਕਰੀਏ, ਜਿੰਨੀ ਇਨਵੈਸਟਮੈਂਟ ਹੁਣ ਇਨਵੈਸਟ ਪੰਜਾਬ 'ਚ ਹੋਈ ਹੈ ਉਹਦਾ ਸਾਨੂੰ ਨਜ਼ਰ ਆ ਰਹੀ ਹੈ। ਅਗਰ ਅੱਜ ਦੇ ਤੁਸੀਂ ਆਪਣੇ ਅਖਬਾਰਾਂ 'ਚ ਦੇਖਿਆ, ਇੱਕ ਆਪਣੀ ਜਿਹੜੀ GST ਦੀ ਜਿਹੜੀ ਫਿਗਰ ਆਈ ਹੈ ਉਹ ਰਿਕਾਰਡ ਫਿਗਰ ਆਈ ਹੈ। ਇਹਦਾ ਮਤਲਬ ਜਿਹੜੀ ਪੰਜਾਬ ਦੀ ਇੰਡਸਟਰੀ ਹੈ ਪ੍ਰਫੁੱਲਿਤ ਹੋ ਰਹੀ ਹੈ ਔਰ ਜਿਹੜੇ ਇਹ ਸਰਕਾਰ ਦਾ ਫੋਕਸ ਹੈ ਇੰਡਸਟਰੀ ਦੀ ਗਰੋਥ ਤੇ, ਉਹ ਪੂਰਾ ਫੋਕਸ ਹੈ ਔਰ ਉਹਦਾ ਰਿਜ਼ਲਟ ਸਾਨੂੰ ਮਿਲਣਾ ਸ਼ੁਰੂ ਹੋ ਗਿਆ। ਇਹ ਬੜੀ ਇੱਕ ਅੱਛੀ ਗੱਲ ਹੈ। ਇਹੋ ਜਿਹੇ ਇਨਸੀਡੈਂਟ ਜਿਹੜੇ ਨੇ ਇਹ ਥੋੜਾ ਸੈਟਬੈਕ ਜ਼ਰੂਰ ਪਹੁੰਚਾਉਂਦੇ ਨੇ, ਲੇਕਿਨ ਸਾਨੂੰ ਇਹਦੇ ਤੋਂ ਇੱਕ ਸਬਕ ਲੈਣਾ ਚਾਹੀਦਾ ਕਿ ਕੁਝ ਐਸੀ ਪ੍ਰੀਵੈਂਟਿਵ ਮੇਨਟੇਨੈਂਸ, ਕੁਝ ਐਸਾ ਆਪਣਾ ਮੈਕੈਨਿਜ਼ਮ ਕਰੀਏ ਆਪਣਾ ਕਿ ਸਾਡਾ ਜਿਹੜਾ ਇਨਵਾਇਰਨਮੈਂਟ ਹੈ, ਜਿਹੜਾ ਪ੍ਰਦੂਸ਼ਣ ਹੈ ਉਹ ਨਾ ਫੈਲੇ, ਪ੍ਰਦੂਸ਼ਣ ਵੀ ਕੰਟਰੋਲ 'ਚ ਹੋਵੇ ਔਰ ਇੰਡਸਟਰੀ ਵੀ ਪ੍ਰਫੁੱਲਿਤ ਹੋਵੇ ਔਰ ਜਿਹੜਾ ਰੋਜ਼ਗਾਰ ਹੈ ਉਹ ਜ਼ਿਆਦਾ ਆਪਣਾ ਕ੍ਰੀਏਟ ਕਰੀਏ ਤਾਂ ਕਿ ਆਪਣਾ ਜਿਹੜਾ ਪ੍ਰਦੇਸ਼ ਹੈ ਉਹ ਤਰੱਕੀ ਦੇ ਰਸਤੇ ਤੇ ਚੱਲ ਸਕੇ। ਸ਼ਰਮਾ ਜੀ, ਕੀ ਤੁਸੀਂ ਆਪਣੇ ਸਾਰੇ ਇੰਡਸਟਰੀ ਭਰਾਵਾਂ ਨੂੰ ਕਹੋਗੇ, ਕਿਉਂਕਿ ਸਾਰੀ ਇੰਡਸਟਰੀ ਤੇ ਗਾਜ ਗਿਰੀ ਹੈ, ਕਿ ਇੰਡਸਟਰੀਲਿਸਟ ਆਪਣੇ ਆਪ ਖੁਦ ਇਹ ਜ਼ਿੰਮੇਵਾਰੀ ਲਵੇ ਕਿ ਮੈਂ ਕਿਸੇ ਨੂੰ ਰਿਸ਼ਵਤ ਨਹੀਂ ਦੇਣੀ, ਕਿਸੇ ਨਾਲ ਕੰਪਰੋਮਾਈਜ਼ ਨਹੀਂ ਕਰਨਾ ਔਰ ਆਪਣਾ ਜਿਹੜਾ ਪੋਲਿਊਟਡ ਪਾਣੀ ਆ ਉਹਨੂੰ ਟ੍ਰੀਟਮੈਂਟ ਕਰਕੇ ਹੀ ਜਿਹੜਾ ਹੈ ਉਹ ਸੀਵਰੇਜ 'ਚ ਪਾਣਾ। ਇਹ ਤੁਸੀਂ ਆਪਣੇ ਵੱਲੋਂ ਅਪੀਲ ਕਰ ਸਕਦੇ ਹੋ? ਜੀ ਬਿਲਕੁਲ, ਮੈਂ ਸਾਰੇ ਆਪਣੇ ਜਿੰਨੇ ਇੰਡਸਟਰੀਅਲਿਸਟ ਭਰਾ ਨੇ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਅਸੀਂ ਆਪਣੇ ਵਾਤਾਵਰਣ ਦੇ ਪ੍ਰਤੀ ਜਾਗਰੂਕ ਹੋ ਜਾਈਏ। ਹੁਣ ਅਗਰ ਅੱਜ ਵੀ ਨਹੀਂ ਸੁਧਰਾਂਗੇ ਤੇ ਅੱਜ ਵੀ ਅਸੀਂ ਆਪਣੇ ਆਪ ਨੂੰ ਨਹੀਂ ਸੁਧਾਰਾਂਗੇ, ਆਪਣੇ ਇਦਾਰਿਆਂ ਨੂੰ ਨਹੀਂ ਠੀਕ ਕਰਾਂਗੇ ਤੇ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹ ਨਹੀਂ ਇੱਥੇ ਰਹਿ ਪਾਉਣਗੀਆਂ। ਤੁਸੀਂ ਆਪ ਦੇਖੋ ਵੀ ਜਿਹੜੀਆਂ ਨਵੀਆਂ ਜਨਰੇਸ਼ਨਸ ਹੈ, ਸਾਡੇ ਆਪਣੇ ਬੱਚੇ ਹੈ, ਉਹ ਸਾਡੇ ਇਸ ਸਰਕਮਸਟੈਂਸਿਸ 'ਚ ਕੰਮ ਕਰਨ ਤੋਂ ਕਤਰਾਉਂਦੇ ਆ। ਸਾਡੀ ਵੈਸੇ ਵੀ ਇੱਕ ਡਿਊਟੀ ਬਣ ਜਾਂਦੀ ਹੈ ਕਿ ਆਪਣੇ ਵਾਤਾਵਰਣ ਪ੍ਰਤੀ, ਆਪਣੇ ਸੁਸਾਇਟੀ ਦੇ ਲਈ ਅਸੀਂ ਜਿੰਨਾ ਫਰਜ਼ ਹੈ ਪੂਰਾ ਕਰੀਏ। ਮੈਂ ਸਾਰੇ ਆਪਣੇ ਦੋਸਤਾਂ ਨੂੰ ਇਸ ਵੀਡੀਓ ਦੇ ਰਾਹੀਂ
ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਵਾਤਾਵਰਣ ਦੇ ਪ੍ਰਤੀ ਜਾਗਰੂਕ ਹੋ ਜਾਓ ਔਰ ਆਪਣੀ ਇੰਡਸਟਰੀਆਂ ਨੂੰ ਜਿਹੜੇ ਵੀ ਨੋਰਮਸ, ਜਿਹੜੇ ਵੀ ਸਰਕਾਰ ਆਪਣੇ ਆਪਣੇ ਰੂਲਸ ਰੈਗੂਲੇਸ਼ਨਸ ਕਰਦੀ ਹੈ ਉਹਦੇ ਵਿੱਚ ਹੀ ਆਪਾਂ ਰਹਿ ਕੇ ਕੰਮ ਕਰੀਏ ਔਰ ਜੇ ਆਪਣਾ ਕੋਈ ਦੁੱਖ ਦਰਦ ਹੈ ਸਰਕਾਰ ਦੇ ਨਾਲ ਸ਼ੇਅਰ ਕਰਕੇ ਉਹਨੂੰ ਦੂਰ ਕਰੀਏ, ਬਜਾਏ ਇਸ ਦੇ ਕਿ ਆਪਾਂ ਸਿਸਟਮ ਨੂੰ ਬਾਈਪਾਸ ਕਰਕੇ ਵਾਤਾਵਰਣ ਨੂੰ ਖਰਾਬ ਕਰੀਏ ਤੇ ਉਹਦੇ ਵਿੱਚ ਕਿਸੇ ਦਾ ਵੀ ਕੋਈ ਫਾਇਦਾ ਨਹੀਂ ਹੈ। ਅਸੀਂ ਆਪਣੇ ਆਪ ਨੂੰ ਸੁਧਾਰਾਂਗੇ ਤਾਂ ਹੀ ਇਹ ਦੇਸ਼ ਸੁਧਰੇਗਾ, ਤਾਂ ਹੀ ਸਾਡਾ ਆਉਣ ਵਾਲੀਆਂ ਜਨਰੇਸ਼ਨਾਂ, ਸਾਡੇ ਬੱਚੇ ਸੁਧਰਨਗੇ ਔਰ ਬੱਚਿਆਂ ਦਾ ਦਿਲ ਲੱਗੇਗਾ ਕੰਮ ਕਰਨ 'ਚ। ਵਾਕਈ ਕਹਿੰਦੇ ਪਹਿਲਾਂ ਆਪਣੇ ਆਪ ਨੂੰ ਆਪਾਂ ਸੁਧਾਰਾਂਗੇ ਤੇ ਤਾਂ ਹੀ ਸਾਡਾ ਸਮਾਜ ਵੀ ਸੁਧਰ ਸਕਦਾ, ਦੇਸ਼ ਵੀ ਸੁਧਰ ਸਕਦਾ। ਲੇਕਿਨ ਸਵਾਲ ਇਹੀ ਆ, ਅੱਜ ਦਾ ਮੁੱਦਾ ਇਹੀ ਸੀਗਾ ਵੀ ਕੀ ਇੱਦਾਂ ਦੇ ਹਾਦਸੇ ਆਉਣ ਵਾਲੇ ਸਮੇਂ 'ਚ ਨਾ ਹੋਣ, ਇਹਨੂੰ ਕਿੱਦਾਂ ਰੋਕਿਆ ਜਾ ਸਕੇ। ਇੰਡਸਟਰੀ ਦੀ ਗਾਜ ਜਿਹੜੀ ਗਿਰ ਰਹੀ ਆ ਇਹਨੂੰ ਕਿੱਦਾਂ ਰੋਕਿਆ ਜਾ ਸਕੇ। ਕੀ ਇਹਦੇ ਲਈ ਕਾਰਪੋਰੇਸ਼ਨ ਜ਼ਿੰਮੇਦਾਰ ਆ, ਕੀ ਇਹਦੇ ਲਈ ਪੋਲੂਸ਼ਨ ਕੰਟਰੋਲ ਬੋਰਡ ਜ਼ਿੰਮੇਦਾਰ ਆ ਜਾਂ ਫਿਰ ਇੰਡਸਟਰੀ ਜ਼ਿੰਮੇਦਾਰ ਆ। ਲੇਕਿਨ ਅੱਜ ਇੰਡਸਟਰੀਸਟਾਂ ਨੇ ਇੱਕ ਵਾਅਦਾ ਕੀਤਾ ਔਰ ਅਪੀਲ ਵੀ ਕੀਤੀ ਆ ਸਾਡੇ ਚੈਨਲ ਦੇ ਮਾਧਿਅਮ ਨਾਲ ਹੀ ਕਿ ਇਸ ਤਰੀਕੇ ਦੀ ਕੋਈ ਵੀ ਬਾਈਪਾਸ ਨਾ ਕੀਤਾ ਜਾਏ, ਵਾਤਾਵਰਨ ਨੂੰ ਸ਼ੁੱਧ ਰੱਖਿਆ ਜਾਏ ਔਰ ਆਪਣਾ ਜਿਹੜਾ ਪਾਣੀ ਹੈ ਉਹ ਖਾਸ ਕਰਕੇ ਜਿਹੜਾ ਪੋਲਿਊਟਡ ਪਾਣੀ ਆ, ਉਹ ਰਸਾਇਣਿਕ ਪਾਣੀ ਆ, ਤੇਜ਼ਾਬੀ ਪਾਣੀ ਆ, ਉਹ ਸੀਵਰੇਜ 'ਚ ਨਾ ਸੁੱਟਿਆ ਜਾਏ। ਲੇਕਿਨ ਇਹਨਾਂ ਦਾ ਇਹ ਕਹਿਣਾ ਵੀ ਸਾਡੇ ਨਾਲ ਨਾ ਸਰਕਾਰ ਕੋਆਪਰੇਟ ਕਰ ਰਹੀ ਆ, ਨਾ ਕਾਰਪੋਰੇਸ਼ਨ ਕੋਆਪਰੇਟ ਕਰ ਰਹੀ ਆ, ਨਾ ਪ੍ਰਦੂਸ਼ਣ ਬੋਰਡ ਕੋਆਪਰੇਟ ਕਰ ਰਿਹਾ, ਨਾ ਸਾਡੇ ਕੋਲ ਇਨਫਰਾਸਟ੍ਰਕਚਰ ਆ। ਹਾਲਾਂਕਿ ਸੀਐਮ ਮਾਨ ਸਾਹਿਬ ਫੋਰਨ ਦੇ ਵਿੱਚੋਂ, ਹੋਰ ਦੇਸ਼ ਦੇ ਵਿੱਚੋਂ ਇੰਡਸਟਰੀ, ਵੱਡੀ ਇੰਡਸਟਰੀ ਲਿਆਉਣਾ ਚਾਹੁੰਦੇ ਆ ਤਾਂ ਕਿ ਪੰਜਾਬ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਆ ਜਾਂ ਬੇਰੁਜ਼ਗਾਰ ਲੋਕ ਨੇ ਉਹਨਾਂ ਨੂੰ ਰੋਜ਼ਗਾਰ ਮਿਲ ਸਕੇ। ਇੱਥੇ ਐਗਜ਼ਿਸਟਿੰਗ ਇੰਡਸਟਰੀ ਘੱਟੋ ਘੱਟ ਲੱਖਾਂ ਲੋਕਾਂ ਨੂੰ ਰੋਜ਼ਗਾਰ ਦੇ ਰਹੀ ਆ, ਨਾ ਕਿ ਲੋਕਾਂ ਨੂੰ ਮਾਰ ਰਹੀ ਆ। ਲੇਕਿਨ ਜਿਹੜਾ ਵੀ ਇਸ ਮਾਧਿਅਮ ਰਾਹੀਂ ਸਾਨੂੰ ਸੁਣ ਰਿਹਾ ਔਰ ਇੰਡਸਟਰੀ ਦੀ ਇਹ ਮੀਟਿੰਗ ਵੀ ਹੋਈ ਆ, ਜਿਹੜਾ ਵੀ ਕੋਈ ਇਹਦਾ ਆਰੋਪੀ ਆ ਜਾਂ ਕਿਸੇ ਨੇ ਕੋਈ ਸ਼ਰਾਰਤ ਕੀਤੀ ਆ, ਉਹ ਅੱਜ ਤੋਂ ਬਾਅਦ ਇਹ ਸ਼ਰਾਰਤ ਨਾ ਕਰੇ, ਕਿਉਂਕਿ ਉਹਨਾਂ ਦਾ ਵੀ ਪਰਿਵਾਰ ਹੈ। ਜਿਹੜਾ ਪਰਿਵਾਰ ਅੱਜ ਚਲੇ ਗਿਆ, ਜਿਹਦੇ 5 ਜੀ ਇੱਕ ਪਰਿਵਾਰ ਦੇ ਚਲੇ ਗਏ, ਕਿਸੇ ਦੇ 4 ਜੀ ਚਲੇ ਗਏ ਨੇ, ਉਹ ਦੁਬਾਰਾ ਇਸ ਤਰੀਕੇ ਦਾ ਹਾਦਸਾ ਨਾ ਹੋਵੇ। ਸਾਡੇ ਚੈਨਲ ਵੱਲੋਂ ਔਰ ਸਾਰੀ ਇੰਡਸਟਰੀ ਵੱਲੋਂ ਇਹ ਸੰਵੇਦਨਾ ਅਸੀਂ ਪ੍ਰਗਟ ਕਰਦੇ ਹਾਂ। ਉਹਨਾਂ ਦੇ ਦੁੱਖ ਦੇ ਵਿੱਚ ਅਸੀਂ ਸ਼ਾਮਲ ਹੈ ਔਰ ਉਹਨਾਂ ਨੂੰ ਅਸੀਂ ਆਤਮਾ ਨੂੰ ਅਸੀਂ ਸ਼ਰਧਾਂਜਲੀ ਵੀ ਦਿੰਦੇ ਹਾਂ ਕਿ ਆਉਣ ਵਾਲਾ ਸਮਾਂ ਜਿਹੜਾ ਸਾਡਾ ਪੰਜਾਬ ਵਿਕਸਿਤ ਹੋਵੇ, ਸਾਡੀ ਇੰਡਸਟਰੀ ਤੇ ਜਿਹੜੀ ਕਿ ਇਕਨੋਮੀ ਦੀ ਇਸ ਵੇਲੇ ਪੰਜਾਬ ਦੀ ਹੱਦ ਆਪਣੀ ਰੀੜ੍ਹ ਦੀ ਹੱਡੀ ਆ ਔਰ ਉਹ ਸਭ ਤੋਂ ਜ਼ਿਆਦਾ ਅੱਜ GST ਟੈਕਸ ਪੇ ਕਰ ਰਹੀ ਆ, ਉਹਦੇ ਤੇ ਇਸ ਤਰੀਕੇ ਦੀ ਗਾਜ ਨਾ ਕਰੇ, ਉੱਤੇ ਇਲਜ਼ਾਮ ਨਾ ਲੱਗੇ, ਉੱਤੇ ਆਰੋਪ ਨਾ ਲੱਗੇ। ਇਹਨਾਂ ਕਹਿੰਦਾ ਤੁਸੀਂ ਬਣੇ ਰਹੋ ਸਾਡੇ ਚੈਨਲ ਦੇ ਨਾਲ, ਹੋਰ ਵੀ ਅਪਡੇਟ ਲਈ ਸਿਟੀ ਹੋਮ ਦੇ ਨਾਲ ਜੁੜੇ ਰਹੋ। ਔਰ ਮੈਂ ਸਾਰੇ ਇੰਡਸਟਰੀਸਟਾਂ ਦਾ ਔਰ ਸਾਰੀ ਐਸੋਸੀਏਸ਼ਨ ਦਾ ਧੰਨਵਾਦ ਕਰਦਾ ਕਿ ਸਾਡੇ ਨਾਲ ਤੁਸੀਂ ਇਸ ਮੁੱਦੇ ਤੇ ਸਾਡੇ ਨਾਲ ਗੱਲਬਾਤ ਕੀਤੀ ਹੈ। ਕੈਮਰਾਮੈਨ ਨਵਲ ਦੇ ਨਾਲ, ਪ੍ਰਿੰਸ ਦੇ ਨਾਲ, ਰਾਜੇਸ਼ ਮਹਿਰਾ, ਸਿਟੀ ਹੋਮ ਨਿਊਜ਼ ਲੁਧਿਆਣਾ।